ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਡਾਕਟਰ ਵਿਪਿਨ ਬਰਾੜ, ਮੇਰੇ ਨਾਲ ਨੇ ਡਾਕਟਰ ਗੁਰਵਿੰਦਰ ਸਿੰਘ ਤੇ ਮੇਰੇ ਦੂਸਰੇ ਹੱਥ ਨੇ ਡਾਕਟਰ ਰਮਨ ਬਰਾੜ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਜਿਹੜੇ ਜ਼ਿਆਦਾਤਰ ਆਪਾਂ ਡਿਸਕਸ਼ਨ ਕੀਤੀ ਸੀ ਜਿੱਦਾਂ ਗਰੁੱਪ ਵਿੱਚ ਤਿਆਰੀ ਵਾਸਤੇ ਆਪਣੀ ਡਿਪਾਰਟਮੈਂਟ ਐਗਜ਼ਾਮ ਦੀ ਜ਼ਿਆਦਾਤਰ ਲੈਕਚਰਸ ਆਪਣੇ ਡਾਕਟਰ ਰਮਨ ਬਰਾੜ ਤੇ ਡਾਕਟਰ ਗੁਰਵਿੰਦਰ ਜੀ ਲੈਣਗੇ। ਐਟ ਦਾ ਸੇਮ ਟਾਈਮ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਯੂਨੀਵਰਸਿਟੀ ਦੇ ਵਿੱਚੋਂ ਵੀ ਕੁਝ ਜਿਹੜੇ ਪ੍ਰੋਫੈਸਰਸ ਤੋਂ ਜਾਂ ਐਕਸਪਰਟਸ ਤੋਂ ਜਾਂ ਫੀਲਡ ਵਿੱਚੋਂ ਵੀ ਜਿਹੜੇ ਐਕਸਪਰਟਸ ਤੋਂ ਆਪਾਂ ਤਾਲਮੇਲ ਕਰਕੇ ਉਹਨਾਂ ਤੋਂ ਵੀ ਕੁਝ ਲੈਕਚਰਸ ਤਿਆਰ ਕਰਵਾਉਣਗੇ। ਤੇ ਡਾਕਟਰ ਸਾਹਿਬ ਮੈਨੂੰ ਕਾਫੀ ਫੋਨਸ ਆ ਰਹੇ ਸੀਗੇ, ਮੈਸੇਜ ਵੀ ਇੰਡੀਵਿਜੂਅਲ ਆ ਰਹੇ ਸੀ ਜਿਹਦੇ ਵਿੱਚ ਤੁਹਾਡੀਆਂ ਕਾਫੀ ਕੁਐਰੀ ਸੀਗੀਆਂ ਡਿਪਾਰਟਮੈਂਟ ਐਗਜ਼ਾਮ ਦੇ ਰਿਲੇਟਿਡ। ਤੇ ਉਹਦੇ ਵਿੱਚ ਹੁਣ ਅਸੀਂ ਸੋਚਿਆ ਕਿ ਚਲੋ ਆਪਾਂ ਜ਼ੂਮ ਤੇ ਸੈਸ਼ਨਸ ਜਿਹੜੇ ਹੈਗੇ ਟ੍ਰੇਨਿੰਗ ਸੈਸ਼ਨਸ ਆ ਜਾਂ ਕੋਚਿੰਗ ਸੈਸ਼ਨਸ ਆ ਉਹ ਤਾਂ ਆਪਾਂ ਕਰ ਲਾਂਗੇ। ਉਸ ਤੋਂ ਪਹਿਲਾਂ ਤੁਸੀਂ ਸਾਰਿਆਂ ਨੇ ਫਾਰਮ ਭਰਨਾ ਹੁਣ, ਤਾਂ ਉਹਦੇ ਰਿਲੇਟਿਡ ਇੱਕ ਥੋੜੀ ਜਿਹੀ ਜਾਣਕਾਰੀ ਹੈ ਵੀ ਕੋਈ ਕਿਸੇ ਤੋਂ ਗਲਤੀ ਨਾ ਹੋ ਜੇ ਤਾਂ ਉਹ ਥੋੜੀ ਜਿਹੀ ਸ਼ੇਅਰ ਕਰਨਾ ਚਾਹਾਂਗੇ। ਨਾਲ ਹੀ ਇੱਕ ਥੋੜੀ ਜਿਹੀ ਇੰਟਰੋ ਦੇ ਦਾਂਗੇ ਕਿ ਡਿਪਾਰਟਮੈਂਟ ਐਗਜ਼ਾਮ ਡੂਜ਼ ਐਂਡ ਡੋਂਟਸ ਕੀ ਨੇ, ਆਪਾਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ ਜਾਂ ਕਿੰਨਾ ਗੱਲਾਂ ਦੇ ਵਿੱਚ ਆਪਾਂ ਨੂੰ ਸਪੈਸ਼ਲ ਉਹਦੀ ਲੋੜ ਹੈਗੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਆਪਣਾ ਪਰਫਾਰਮਾ ਉਸੇ ਤੋਂ ਸ਼ੁਰੂ ਕਰਦੇ ਹਾਂ। ਡਾਕਟਰ ਪਰਫਾਰਮੈਂਸ ਦੇ ਵਿੱਚ ਦੋ ਨੇ, ਲੈਕਚਰ 1 ਲੈਕਚਰ 2 ਆਪਾਂ ਦੋਨੋਂ ਭਰਨੇ ਆ। ਦੋਨਾਂ ਦੇ ਵਿੱਚ ਹੀ ਤੁਸੀਂ ਮੈਂ ਤੁਹਾਨੂੰ ਕਾਲਮ ਵਾਈਜ਼ ਹੀ ਦੱਸ ਦਿੰਦਾ। ਸਟਾਰਟਿੰਗ ਦੇ ਵਿੱਚ ਹੈਗਾ ਜਿਹੜਾ ਨੇਮ ਆਫ ਐਗਜ਼ਾਮਨੀ ਹੈ, ਤੁਹਾਡਾ ਕੰਪਲੀਟ ਐਡਰੈਸ ਹੈ, ਉਹ ਸਾਰਾ ਤੁਸੀਂ ਭਰਨਾ ਹੈ। ਐਡਰੈਸ ਦੇ ਵਿੱਚ ਲੋਕਾਂ ਦੀ ਕਨਫਿਊਜ਼ਨ ਸੀਗੀ ਕਿ ਕਈਆਂ ਦੇ ਜਿੱਦਾਂ ਰੈਜ਼ੀਡੈਂਸ ਜਿਹੜਾ ਹੈਗਾ ਉਹ ਤੁਹਾਡੇ ਪਰਮਾਨੈਂਟ ਐਡਰੈਸ ਤੋਂ ਜਾਂ ਜਿਸ ਤੁਹਾਡਾ ਡਿਗਰੀ ਦੇ ਉੱਪਰ ਜਾਂ ਤੁਹਾਡੇ ਪ੍ਰੋਫੈਸ਼ਨਲ ਸਰਟੀਫਿਕੇਟਸ ਦੇ ਉੱਪਰ ਐਡਰੈਸ ਹੈ ਉਹਦੇ ਨਾਲੋਂ ਡਿਫਰੈਂਟ ਹੈ। ਸਪੈਸ਼ਲੀ ਜਿੱਦਾਂ ਕੁਝ ਗਰਲਸ ਹੈ, ਮੈਰਿਡ ਹੈ, ਉਹ ਚਲੀਆਂ ਗਈਆਂ। ਤਾਂ ਇਹਦੇ 'ਚ ਮੈਂ ਦੱਸੂਗਾ ਕਿ ਜਿਹੜਾ ਤੁਹਾਡਾ ਕਰੰਟ ਐਡਰੈਸ ਹੈ ਜਿੱਥੇ ਤੁਹਾਨੂੰ ਐਡਮਿਟ ਕਾਰਡ ਰਿਸੀਵ ਹੋਣਾ ਹੈ ਤੁਸੀਂ ਉਹ ਐਡਰੈਸ ਭਰ ਦਿਓ, ਇਰਰਿਸਪੈਕਟਿਵ ਆਫ ਤੁਹਾਡੇ ਸਰਟੀਫਿਕੇਟਸ ਕੀ ਹੈ ਜਾਂ ਤੁਸੀਂ ਅਪਾਇੰਟਮੈਂਟ ਵੇਲੇ ਕੀ ਐਡਰੈਸ ਭਰਿਆ ਸੀ। ਈਅਰ ਆਫ ਅਲਾਟਮੈਂਟ ਜੁਆਇਨਿੰਗ ਵਿੱਚ ਵੀ ਕਾਫੀਆਂ ਦੀ ਕਨਫਿਊਜ਼ਨ ਸੀਗੀ ਕਿ 2 ਮਾਰਚ ਕਰਨਾ ਹੈ ਜਾਂ 28 ਫਰਵਰੀ ਕਰਨਾ ਹੈ ਜਾਂ ਕੀ ਕਰਨਾ ਹੈ। ਤਾਂ ਇਹਦੇ ਵਿੱਚ ਜਿਹੜਾ ਤੁਸੀਂ ਡਾਇਰੈਕਟਰ ਆਫਿਸ ਦੇ ਵਿੱਚ ਸਾਰਿਆਂ ਨੇ ਜੁਆਇਨ ਕਰ ਲਿਆ ਸੀਗਾ 28 ਫਰਵਰੀ ਨੂੰ, ਤਾਂ ਤੁਸੀਂ 28 ਫਰਵਰੀ ਭਰੋਗੇ। ਫਰਵਰੀ ਸੀ ਨਾ? ਫਿਰ ਉਸ ਤੋਂ ਅਗਲਾ ਕਾਲਮ ਹੈਗਾ ਸਬਜੈਕਟ ਜਾਂ ਗਰੁੱਪਸ। ਇਹਦੇ ਵਿੱਚ ਤੁਸੀਂ ਨਾ ਦੋਨੋਂ ਪੇਪਰ ਮੈਂਸ਼ਨ ਕਰਨੇ ਆ, ਪੇਪਰ A ਪੇਪਰ B। ਜਿਹੜਾ ਤੁਸੀਂ ਨੀਚੇ ਟਾਈਮ ਟੇਬਲ ਦਿੱਤਾ, ਡੇਟ ਸ਼ੀਟ ਦਿੱਤੀ ਹੈ, ਉਹਦੇ ਵਿੱਚੋਂ ਦੋਨੋਂ ਸਿਲੈਕਟ ਕਰ ਲੈਣੇ ਆਪਣੇ। ਜਿੱਦਾਂ ਕਿ ਆਪਣੇ ਪੇਪਰ ਹੈ ਤੁਸੀਂ ਉਹਦੇ ਵਿੱਚ ਲਿਖ ਦੇਣਾ ਹੈਗਾ ਪੇਪਰ 1 ਐਨੀਮਲ ਹਸਬੈਂਡਰੀ ਐਂਡ ਵੈਟਰਨਰੀ ਸਾਇੰਸਿਸ, ਪੇਪਰ 2 ਲੈਜਿਸਲੇਟਿਵ ਐਕਟਸ ਐਂਡ ਰੂਲਸ। ਇਹ ਦੋਨੋਂ ਉਹਦੇ ਵਿੱਚ ਮੈਂਸ਼ਨ ਕਰ ਦੇਣੇ ਤੁਸੀਂ। ਉਸ ਤੋਂ ਅਗਲਾ ਕਾਲਮ ਹੈ ਨੰਬਰ ਆਫ ਚਾਂਸਸ। ਆਪਾਂ ਸਾਰਿਆਂ ਨੇ ਪਹਿਲੀ ਵਾਰ ਦੇਣਾ ਹੈ ਤਾਂ ਉਹਦੇ ਵਿੱਚ ਆਪਾਂ 0 ਲਿਖਾਂਗੇ, 0 0। ਇਹ ਜ਼ਰੂਰੀ ਕਿਉਂ ਹੈ ਇਹ ਮੈਂ ਤੁਹਾਨੂੰ ਅੱਗੇ ਚੱਲ ਕੇ ਇਹਦੇ ਬਾਰੇ ਵੀ ਦੱਸੂਗਾ ਕਿ ਨੰਬਰ ਆਫ ਚਾਂਸਸ ਦਾ ਕੀ ਮਤਲਬ ਹੈ ਤੇ ਇਹਦਾ ਕੀ ਸਿਗਨੀਫੀਕੈਂਸ ਹੈ। ਉਸ ਤੋਂ ਬਾਅਦ ਕੁਝ ਨਹੀਂ ਹੈ, ਨੀਚੇ ਪਾਸਪੋਰਟ ਸਾਈਜ਼ ਫੋਟੋ ਲਗਾ ਦੇਣੀ ਹੈ, ਸਿਗਨੇਚਰ ਕਰ ਦੇਣੇ ਹੈ, ਡੈਜ਼ਿਗਨੇਸ਼ਨ, ਪਲੇਸ ਆਫ ਪੋਸਟਿੰਗ, ਮੋਬਾਈਲ ਨੰਬਰ, ਉਹ ਸਾਰਾ ਕੁਝ ਪਾ ਦੇਣਾ ਹੈ। ਫਿਰ ਆਪਾਂ ਆ ਜਾਣੇ ਨੈਕਸਟ B ਤੇ। ਨੈਕਸਟ B ਦੇ ਵਿੱਚ ਤੁਸੀਂ ਲਗਭਗ ਸੇਮ ਡਾਟਾ ਹੀ ਪਾਉਣਾ ਜਿਹੜਾ ਆਪਾਂ ਪਹਿਲੇ ਵਿੱਚ ਪਾਇਆ। ਜਿਹੜਾ ਰੋਲ ਨੰਬਰ ਵਾਲਾ ਹੈਗਾ ਟੂ ਬੀ ਫਿਲਡ ਬਾਈ ਆਫਿਸ, ਇਹਨੂੰ ਖਾਲੀ ਛੱਡ ਦੇਣਾ। ਤੇ ਉੱਪਰ ਜਿਹੜਾ ਐਗਜ਼ਾਮੀਨੇਸ਼ਨ ਹੈ ਉਹਦੇ ਉੱਪਰ ਆਪਾਂ ਲਿਖ ਦੇਣਾ ਡਿਪਾਰਟਮੈਂਟ ਐਗਜ਼ਾਮ ਆਫ ਵੈਟਰਨਰੀ ਆਫਿਸਰ ਕੌਮਾ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਟੂ ਬੀ ਹੈਲਡ ਔਨ ਫਲਾਨਾ ਫਲਾਨਾ ਡੇਟ। ਆਪਣਾ ਨਾਮ, ਡੈਜ਼ਿਗਨੇਸ਼ਨ, ਡਿਪਾਰਟਮੈਂਟ ਸਭ ਕੁਝ ਲਿਖ ਦੇਣਾ। ਪੇਪਰਾਂ ਦੇ ਵਿੱਚ ਦੋਨੋਂ ਪੇਪਰ 1 ਪੇਪਰ 2 ਅਲੱਗ-ਅਲੱਗ ਮੈਂਸ਼ਨ ਕਰ ਦੇਣੇ ਤੁਸੀਂ। ਪੇਪਰ 1 ਜੋ ਹੈਗਾ, ਪੇਪਰ 2 ਜੋ ਹੈਗਾ, ਬਾਕੀ ਖਾਨੇ ਖਾਲੀ ਆ ਜਾਣਗੇ। ਸੇਮ ਤਰੀਕੇ ਨਾਲ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਆ ਜਾਏਗੀ ਇਹਦੇ ਉੱਪਰ ਤੇ ਸਿਗਨੇਚਰ ਆ ਜਾਣਗੇ। ਇਹ ਦੋਨੋਂ ਫਾਰਮ ਤੁਸੀਂ 2-2 ਕਾਪੀਆਂ ਵਿੱਚ ਦੇ ਕੇ ਆਣੇ ਆ, ਯਾਨੀ 2 ਪਰਤਾਂ ਵਿੱਚ ਜਿਹਨੂੰ ਕਹਿ ਦਿੰਦੇ ਆ। ਵੈਸੇ ਤਾਂ ਤੁਸੀਂ ਫੋਟੋ ਕਾਪੀ ਦੇ ਸਕਦੇ ਹੋ ਪਰ ਮੈਂ ਰਿਕੁਐਸਟ ਕਰੂੰਗਾ ਕਿ ਤੁਸੀਂ ਓਰੀਜਨਲ ਕਾਪੀਜ਼ ਹੀ ਦੇ ਦਿਓ ਜਸਟ ਇਨ ਕੇਸ। ਆਪਾਂ ਇਸ ਤੋਂ ਬਾਅਦ ਜਿਹੜੇ ਆ ਕਾਫੀ ਹੋਰ ਕੁਐਰੀਜ਼ ਆ ਰਹੀਆਂ ਸੀਗੀਆਂ ਕਿ ਇਹਨੂੰ ਆਪਾਂ ਡਾਇਰੈਕਟਲੀ ਡਾਇਰੈਕਟਰ ਆਫਿਸ ਪਹੁੰਚਦਾ ਕਰਨਾ ਹੈ, ਪੋਸਟ ਕਰਨਾ ਹੈ, ਕੀ ਕਰਨਾ ਹੈ। ਡਾਕਟਰ ਸਾਹਿਬ ਇਹ ਜਿਹੜੇ ਵੀ ਫਾਰਮ ਹੈ ਇਹ ਤੁਹਾਡੇ ਜਿਹੜੇ DDO ਹੈ, DDO ਤੁਹਾਡਾ ਹੁੰਦਾ ਡਰਾਇੰਗ ਐਂਡ ਡਿਸਬਰਸਿੰਗ ਆਫਿਸਰ, ਡਿਪਟੀ ਡਾਇਰੈਕਟਰ ਤੁਹਾਡੇ। ਤਾਂ ਡਿਪਟੀ ਡਾਇਰੈਕਟਰ ਵੱਲੋਂ ਅਟੈਸਟ ਹੋ ਕੇ ਜਾਣਾ ਹੈ ਕਿ ਦਿਸ ਇੰਪਲੋਈ ਐਕਚੁਅਲੀ ਵਰਕਸ ਹੇਅਰ। ਤਾਂ ਇਹ ਤੁਹਾਡੇ ਡਿਪਟੀ ਵੱਲੋਂ ਅਟੈਸਟ ਹੋ ਕੇ ਜਾਣੇ ਆ, ਇਸ ਕਰਕੇ ਵਾਇਆ ਡਿਪਟੀ ਡਾਇਰੈਕਟਰ ਹੀ ਜਾਣਗੇ, ਡਾਇਰੈਕਟ ਉਹਨਾਂ ਨੇ ਐਂਟਰਟੇਨ ਨਹੀਂ ਕਰਨੇ। ਤਾਂ ਮੇਕ ਸ਼ੋਰ ਕਰਿਓ ਤੁਸੀਂ ਆਪਣਾ ਜਿਹੜਾ ਉੱਪਰ ਐਡਰੈਸ ਵਗੈਰਾ ਲਿਖੋਗੇ ਬੜਾ ਕਲੀਅਰ ਕਰਿਓ, ਕੋਈ ਉਹ 'ਚ ਸਪੈਲਿੰਗ ਮਿਸਟੇਕ ਵਗੈਰਾ ਜਾਂ ਕੀ ਕਹਿੰਦੇ ਹੁੰਦੇ ਕਨਫਿਊਜ਼ਨ ਨਾ ਹੋਵੇ, ਕਿਉਂਕਿ ਐਡਮਿਟ ਕਾਰਡ ਟਾਈਮਿੰਗ ਅਗਰ ਨਹੀਂ ਮਿਲਿਆ ਤਾਂ ਫਿਰ ਉਹਨਾਂ ਨੇ ਉੱਥੇ ਐਗਜ਼ਾਮ ਆਪਾਂ ਨੂੰ ਅਲਾਓ ਨਹੀਂ ਕਰਨਾ।
ਵੈਸੇ ਜ਼ਿਆਦਾਤਰ ਤਾਂ ਹੁੰਦਾ ਹੈ ਕਿ ਜਿਹੜੇ ਐਡਮਿਟ ਕਾਰਡਸ ਹੁੰਦੇ ਆ ਡਾਇਰੈਕਟਲੀ ਬਾਏ ਪੋਸਟ ਆਉਣ ਦੇ ਬਜਾਏ ਆਪਣੇ ਡੀਡੀਓਜ਼ ਦੇ ਥਰੂ ਆ ਜਾਂਦੇ ਆ, ਕਿਉਂਕਿ ਉੱਦਾਂ ਫਾਸਟ ਹੋ ਜਾਂਦਾ ਹੈ। ਇੱਕ ਤਾਂ ਡੀਡੀਓ ਦੇ ਥਰੂ ਆਪਾਂ ਨੂੰ ਸਾਰਿਆਂ ਨੂੰ ਈਜ਼ੀਲੀ ਮਿਲ ਜਾਂਦੇ ਆ, ਫਾਸਟ ਆ ਜਾਂਦੇ ਆ, ਆਪਣੇ ਐਡਰੈਸ ਤੇ ਕਈ ਵਾਰ ਡਿਲੇ ਵੀ ਹੋ ਜਾਂਦਾ ਹੈ। ਤਾਂ ਜ਼ਿਆਦਾ ਚਾਂਸਿਸ ਹੈ ਕਿ ਤੁਹਾਡੇ ਡਿਪਟੀ ਡਾਇਰੈਕਟਰ ਸਾਹਿਬ ਕੋਲ ਆਫਿਸ ਵੱਲੋਂ ਆ ਜਾਣਗੇ ਸਾਰੇ ਐਡਮਿਟ ਕਾਰਡਸ ਤੇ ਉਹ ਤੁਹਾਨੂੰ ਡਿਪਟੀ ਸਾਹਿਬ ਤੁਹਾਡੇ ਡਿਸਬਰਸ ਕਰ ਦੇਣਗੇ। ਬਹੁਤ ਰੇਅਰ ਚਾਂਸਿਸ ਹੈ ਕਿ ਤੁਹਾਨੂੰ ਡਾਇਰੈਕਟ ਬਾਈ ਪੋਸਟ ਆਣਗੇ, ਬਟ ਕੁਡ ਬੀ ਐਨੀ ਆਫ ਦਾ ਅਬਵ। ਹੁਣ ਡਾਕਟਰ ਸਾਹਿਬ ਆਪਾਂ ਥੋੜ੍ਹੀਆਂ ਜਿਹੀਆਂ ਗੱਲਾਂ ਕਰ ਲਈਏ ਜਿਹੜੀਆਂ ਐਗਜ਼ਾਮ ਦੇ ਵਿੱਚ ਵੀ ਧਿਆਨ ਦੇਣ ਵਾਲੀਆਂ, ਜਾਂ ਆਪਾਂ ਇਹਦਾ ਕੀ ਸਿਗਨੀਫੀਕੈਂਸ ਹੈ, ਜਾਂ ਇਹ ਕਿਉਂ ਦੇਣਾ ਹੁੰਦਾ ਹੈ, ਜਾਂ ਇਹਦਾ ਕੋਈ ਵੈਲਿਊ ਹੈ ਕਿ ਨਹੀਂ। ਤਾਂ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਤੁਸੀਂ ਉੱਧਰ ਦੇਖਣਾ ਸੋਹਣਾ ਬੰਦਾ ਤਾਂ ਹੀ ਮਾਰਿਆ ਵੀਡੀਓ ਦੇ ਵਿੱਚ ਹੀ ਸਮਾਰਟ ਬੰਦੇ ਸੇ ਵਾਸਤੇ ਪਾਇਆ। ਅੱਛਾ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜਾ ਡਿਪਾਰਟਮੈਂਟ ਐਗਜ਼ਾਮ ਹੈ ਉਹ ਮੈਂਡੇਟਰੀ ਹੈ ਪ੍ਰੋਬੇਸ਼ਨ ਕਲੀਅਰੈਂਸ ਵਾਸਤੇ। ਡਿਪਾਰਟਮੈਂਟ ਐਗਜ਼ਾਮ ਤੋਂ ਬਿਨਾਂ ਪ੍ਰੋਬੇਸ਼ਨ ਕਲੀਅਰ ਨਹੀਂ ਹੋਣਾ, ਤੇ ਡਿਪਾਰਟਮੈਂਟ ਐਗਜ਼ਾਮ ਕਲੀਅਰ ਕਰਨ ਲਈ ਤੁਹਾਨੂੰ 3 ਚਾਂਸਿਸ ਮਿਲਣਗੇ ਮੈਕਸਿਮਮ। ਜਿਹੜਾ ਉੱਥੇ ਨੰਬਰ ਆਫ ਚਾਂਸਿਸ ਪਾਇਆ ਉਹ ਇਸੇ ਵਾਸਤੇ ਹੀ ਹੈ, ਜਦੋਂ 3 ਚਾਂਸਿਸ ਤੁਹਾਡੇ ਪੂਰੇ ਹੋ ਗਏ ਤੁਹਾਨੂੰ ਚੌਥਾ ਚਾਂਸ ਨਹੀਂ ਮਿਲਣਾ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਐਟ ਦਾ ਅਰਲੀਐਸਟ ਪੇਪਰ ਨੂੰ ਦੇ ਦੇਣਾ। ਕਿਸੇ ਨੇ ਕੋਸ਼ਿਸ਼ ਕਰੋ, ਜੇ ਤੁਹਾਡੀ ਬਹੁਤ ਜ਼ਿਆਦਾ ਮਜਬੂਰੀ ਨਹੀਂ ਹੈ ਤਾਂ ਆਪਾਂ ਐਗਜ਼ਾਮ ਨੂੰ ਸਕਿਪ ਨਾ ਕਰੀਏ। ਹਾਂ ਜੇ ਤੁਹਾਡੀ ਕੋਈ ਬਹੁਤ ਜ਼ਿਆਦਾ ਮਜਬੂਰੀ ਹੈ ਤਾਂ ਆਪਾਂ ਇਹ ਐਗਜ਼ਾਮ ਤੁਸੀਂ ਸਕਿਪ ਕਰ ਸਕਦੇ ਹੋ, ਅਗਲੀ ਵਾਰ ਦੇ ਲਾਂਗੇ, ਬਟ ਮੈਂ ਪਰਸਨਲੀ ਐਡਵਾਈਸ ਕਰੂੰਗਾ ਕਿ ਸਕਿਪ ਨਾ ਕਰਿਓ, ਕਿਉਂਕਿ ਆਪਾਂ ਨੂੰ ਪ੍ਰੋਬੇਸ਼ਨ ਪੀਰੀਅਡ ਖਤਮ ਹੋਣ ਤੋਂ ਪਹਿਲਾਂ ਇਹ ਡਿਪਾਰਟਮੈਂਟ ਐਗਜ਼ਾਮ ਕਲੀਅਰ ਵੀ ਕਰਨੇ ਆ। ਤੇ ਡਿਪਾਰਟਮੈਂਟ ਐਗਜ਼ਾਮ ਨਾਟ ਮੈਂਡੇਟਰੀਲੀ ਹਰ ਸਾਲ ਹੁੰਦਾ ਹੀ ਹੁੰਦਾ ਹੈ। ਕਈ ਵਾਰ ਸਾਲ ਵਿੱਚ 2 ਵਾਰ ਵੀ ਹੋ ਜਾਂਦਾ ਹੈ, ਕਈ ਵਾਰ ਸਾਲ 'ਚ 1 ਵਾਰੀ ਹੁੰਦਾ ਹੈ। ਜਿੱਦਾਂ ਪਿੱਛੇ ਕੋਵਿਡ ਆ ਗਿਆ ਸੀ ਤਾਂ ਸਾਲ ਹੋਇਆ ਹੀ ਨਹੀਂ, ਤਾਂ ਇਸ ਕਰਕੇ ਆਪਾਂ ਨਥਿੰਗ ਟੂ ਚਾਂਸ ਤੇ ਆਪਾਂ ਕੁਝ ਨਹੀਂ ਛੱਡਣਾ ਹੈਗਾ। ਆਪਾਂ ਕੋਸ਼ਿਸ਼ ਕਰਨੀ ਹੈ ਕਿ ਜਦੋਂ ਆਪਾਂ ਨੂੰ ਮੌਕਾ ਮਿਲੇ ਆਪਾਂ ਪੇਪਰ ਦੇ ਕੇ ਕਲੀਅਰ ਕਰ ਦੇਣਾ ਹੈ, ਬੇਫਿਕਰ ਹੋ ਕੇ ਬੈਠ ਜਾਣਾ ਹੈ। ਇਹ ਗੱਲ ਸੀਗੀ ਨੰਬਰ ਆਫ ਚਾਂਸਿਸ ਦੀ। ਹੁਣ ਡਾਕਟਰ ਸਾਹਿਬ ਕੁਝ ਕੁਐਰੀਜ਼ ਆ ਰਹੀਆਂ ਸੀਗੀਆਂ, ਗਰੁੱਪ ਵਿੱਚ ਵੀ ਤੁਸੀਂ ਦੇਖੀਆਂ ਹੋਣਗੀਆਂ, ਤੇ ਮੈਨੂੰ ਕੁਝ ਕਾਲਸ ਵੀ ਆਈਆਂ, ਮੈਸੇजेस ਵੀ ਆਏ ਜਿਸ ਲੋਕਾਂ ਨੇ ਪੁੱਛਿਆ ਕਿ ਸਾਨੂੰ ਬੁੱਕ ਨਹੀਂ ਮਿਲ ਰਹੀ, ਤਾਂ ਅਸੀਂ ਜਿਹੜੀ ਬੁੱਕ ਨੂੰ ਫੋਟੋ ਸਟੇਟ ਕਰਾ ਕੇ ਬਾਈਂਡ ਕਰਵਾ ਲਈਏ। ਤਾਂ ਡਾਕਟਰ ਸਾਹਿਬ ਬੁੱਕ ਨੂੰ ਆਪਾਂ ਆਥਰ ਬੁੱਕ ਉੱਥੇ ਅਲਾਉਡ ਹੈ, ਕੋਈ ਵੀ ਬੁੱਕ ਹੈ ਜਿਹੜੀ ਓਰੀਜਨਲ ਬਾਈਂਡਿੰਗ 'ਚ ਅਲਾਉਡ ਹੈ। ਆਪਾਂ ਕੋਈ ਵੀ ਆਪਣੇ ਵੱਲੋਂ ਐਡੀਸ਼ਨਲ ਬਾਈਂਡਿੰਗ ਬੁੱਕ ਤੇ ਨਹੀਂ ਕਰ ਸਕਦੇ, ਜਾਂ ਕੋਈ ਵੀ ਨੋਟਸ ਫੋਟੋ ਸਟੇਟ ਕੰਪਾਈਲ ਆਪਾਂ ਨਹੀਂ ਕਰ ਸਕਦੇ, ਉਹ ਅਲਾਉਡ ਨਹੀਂ ਹੈਗਾ। ਜੇ ਆਪਾਂ ਲੈ ਕੇ ਜਾਂਦੇ ਹਾਂ ਤਾਂ ਦਿਸ ਕੁਡ ਰਿਜ਼ਲਟ ਟੂ ਡਿਸਕੁਆਲੀਫਿਕੇਸ਼ਨ। ਤਾਂ ਇਸ ਕਰਕੇ ਆਪਾਂ ਸਿਰਫ ਆਥਰ ਬੁੱਕ ਲੈ ਕੇ ਜਾਣੀ ਹੈ। ਤੇ ਮੈਂ ਕਾਫੀ ਕੁਐਰੀਜ਼ ਦੇਖ ਰਿਹਾ ਸੀਗਾ ਕਿ ਜਿੱਥੋਂ ਪਤਾ ਲੱਗ ਰਿਹਾ ਕਿ ਬੁੱਕਸ ਐਕਚੁਅਲੀ ਅਵੇਲੇਬਲ ਨਹੀਂ ਹੈਗੀਆਂ, ਸ਼ਾਰਟੇਜ ਚੱਲ ਰਹੀ ਹੈ, ਤਾਂ ਉਹਦੇ ਵਿੱਚ ਡਾਕਟਰ ਸਾਹਿਬ ਥੋੜੀ ਦਿੱਕਤ ਆਏਗੀ। ਪਰ ਆਪਾਂ ਪਬਲਿਸ਼ਰ ਨੂੰ ਕਹਿ ਕੇ, ਕਿਉਂਕਿ ਆਪਣੇ ਕੋਲ ਮਹੀਨੇ ਦਾ ਟਾਈਮ ਹੈ ਹਲੇ, ਤਾਂ ਆਪਾਂ ਪਬਲਿਸ਼ਰ ਨੂੰ ਮਹੀਨੇ ਦਾ ਤਾਂ ਨਹੀਂ ਪਰ ਚਲੋ ਆਲਮੋਸਟ, ਤਾਂ ਆਪਾਂ ਪਬਲਿਸ਼ਰ ਨੂੰ ਕਹਿ ਕੇ ਪਬਲਿਸ਼ ਕਰਵਾ ਸਕਦੇ ਹਾਂ ਉਹਨਾਂ ਆਰਡਰ ਦੇ ਕੇ। ਤਾਂ ਆਪਾਂ ਇੰਡੀਵਿਜੂਅਲੀ ਜੇ ਗੱਲ ਕਰ ਰਹੇ ਹਾਂ ਤਾਂ ਤੁਸੀਂ ਦੇਖ ਲਓ ਕਿੰਨੇ ਬੰਦਿਆਂ ਨੂੰ ਚਾਹੀਦੀਆਂ ਹੈਗੀਆਂ, ਤਾਂ ਕੋਈ ਇੱਕ ਬੰਦਾ ਪਬਲਿਸ਼ਰ ਨਾਲ ਕੰਟੈਕਟ ਕਰਕੇ ਉਹਨੀਆਂ ਆਪਾਂ ਪਬਲਿਸ਼ ਕਰਵਾ ਲਾਂਗੇ, ਤਾਂ ਆਪਾਂ ਨੂੰ ਹਫਤੇ 10 ਦਿਨ ਦੇ ਵਿੱਚ ਦੇ ਦਿੰਦੇ ਹੁੰਦੇ ਆ, ਤਾਂ ਆਪਣਾ ਪਰਪਸ ਸੋਲਵ ਹੋ ਜਾਏਗਾ। ਅਗਰ ਆਪਾਂ ਇੰਡੀਵਿਜੂਅਲੀ ਬੁੱਕ ਸਟੋਰ ਨੂੰ ਅਪਰੋਚ ਕਰਾਂਗੇ ਤਾਂ ਹੋ ਸਕਦਾ ਆਪਾਂ ਨੂੰ ਨਾ ਮਿਲੇ ਟਾਈਮਲੀ। ਤਾਂ ਦੈਟ ਇਜ਼ ਵਨ ਸੋਲੂਸ਼ਨ ਕਿ ਆਪਾਂ ਕਲੈਕਟਿਵਲੀ ਚੱਲੀਏ, ਤਾਂ ਕਲੈਕਟਿਵਲੀ ਆਪਾਂ ਜਿਹੜਾ ਹੈ ਆਰਡਰ ਦੇ ਦਾਂਗੇ। ਤੇ ਉਸ ਤੋਂ ਬਾਅਦ ਕੁਝ ਕੁਐਰੀ ਸੀਗੀਆਂ ਜਿਹੜੇ ਵਿੱਚ ਉਹ ਕਹਿ ਰਹੇ ਸੀ ਕਿ ਪੈਨ ਕਿਹੜਾ ਲੈ ਕੇ ਜਾਣਾ ਹੈ। ਡਾਕਟਰ ਸਾਹਿਬ ਪੈਨ ਦਾ ਕਲਰ ਕੋਡਿੰਗ ਕੋਈ ਨਹੀਂ ਹੈ, ਤੁਸੀਂ ਬਲੂ ਪੈਨ ਵੈਸੇ ਪ੍ਰੈਫਰ ਕਰਦੇ ਆ, ਤੁਸੀਂ ਬਲੂ ਬਾਲ ਪੈਨ ਲੈ ਕੇ ਜਾਇਓ, ਜੈਲ ਪੈਨ ਨਾ ਲੈ ਕੇ ਜਾਇਓ, ਤੁਸੀਂ ਨਾਰਮਲ ਬਲੂ ਪੈਨ ਲੈ ਜਾਓ, ਦੈਟ ਵਿਲ ਵਰਕ। ਤੇ ਇੱਕ ਚੀਜ਼ ਹੋਰ ਹੈ ਡਾਕਟਰ ਸਾਹਿਬ, ਕਈ ਵਾਰ ਨਾ ਆਪਾਂ ਸੋਚ ਲੈਂਦੇ ਆ ਕਿ ਯਾਰ ਇੰਨਾ ਯਾਦ ਨਹੀਂ ਹੁੰਦਾ, ਆਪਾਂ ਕੋਈ ਚਿੱਟ ਵਗੈਰਾ ਜਾਂ ਫੋਨ ਜੇਬ 'ਚ ਪਾ ਕੇ ਲੈ ਜਾਈਏ ਜਾਂ ਹੋਰ ਹੈ। ਤਾਂ ਮੇਰੀ ਸਾਰਿਆਂ ਨੂੰ ਇੱਕ ਰਿਕੁਐਸਟ ਹੈ ਕਿ ਪਹਿਲੀ ਗੱਲ ਤਾਂ ਉਹਨਾਂ ਨੇ ਫੋਨ ਸਾਈਡ ਤੇ ਰਖਵਾ ਲੈਣੇ ਆ, ਤਾਂ ਫਿਰ ਵੀ ਆਪਾਂ ਕੋਸ਼ਿਸ਼ ਕਰੋ ਕਿ ਇਹ ਜਿਹਾ ਕੁਝ ਨਹੀਂ ਕਰਨਾ। ਇਹਦੇ ਨਾਲ ਆਪਣੇ ਡਿਪਾਰਟਮੈਂਟ ਦਾ ਅਕਸ ਵੀ ਖਰਾਬ ਹੁੰਦਾ ਹੈ। ਕਿਸੇ ਨੇ ਉੱਥੇ ਇਹ ਨਹੀਂ ਕਹਿਣਾ ਡਾਕਟਰ XYZ ਐਂ ਕਰਦਾ ਫੜਿਆ ਗਿਆ, ਉੱਥੇ ਉਹਨਾਂ ਨੇ ਕਹਿਣਾ ਦੇਖੋ ਜੀ ਹਸਬੈਂਡਰੀ ਡਿਪਾਰਟਮੈਂਟ ਦੇ ਬੰਦੇ ਆਏ ਕਰਦੇ ਸੀਗੇ, ਤਾਂ ਇੱਕ ਡਿਪਾਰਟਮੈਂਟ ਦਾ ਵੀ ਅਕਸ ਖਰਾਬ ਹੁੰਦਾ। ਉੱਥੇ ਆਪਾਂ ਬੜਾ ਸਾਇਲੈਂਟਲੀ ਬੈਠਣਾ ਹੈ, ਇੱਕ ਦੂਜੇ ਨਾਲ ਨਹੀਂ ਗੱਲਬਾਤ ਕਰਨੀ, ਕਿਉਂਕਿ ਦੇਖੋ ਮਕਸੀਪਾ ਦੇ ਵਿੱਚ ਹੋਣਾ ਹੈ, ਉੱਥੇ ਸਾਰੇ ਐਡਮਿਨਿਸਟ੍ਰੇਟਿਵ ਪੋਸਟ ਵਾਲੇ ਬੰਦੇ ਹੈ। ਤਾਂ ਆਪਾਂ ਇੱਕ ਆਪਣੇ ਡਿਪਾਰਟਮੈਂਟ ਦਾ ਜਿਹੜਾ ਰੈਪੂਟੇਸ਼ਨ ਵੀ ਮੇਨਟੇਨ ਕਰਨੀ ਆ ਉੱਥੇ, ਤਾਂ ਆਪਾਂ ਉੱਥੇ ਗੱਲਾਂ ਬਾਤਾਂ ਨਹੀਂ ਕਰਨੀਆਂ ਹੈਗੀਆਂ, ਇੱਕ ਦੂਜੇ ਤੋਂ ਪੁੱਛਣਾ ਨਹੀਂ ਹੈਗਾ, ਵਧੀਆ ਆਪਣਾ ਪੇਪਰ ਕਰਨਾ ਹੈਗਾ। ਵੈਸੇ ਪੇਪਰ ਕੋਈ ਇੰਨਾ ਜ਼ਿਆਦਾ ਡਿਫਿਕਲਟ ਨਹੀਂ ਹੁੰਦਾ, ਇਟਸ ਈਜ਼ੀ ਪੇਪਰ, ਕੋਈ ਉਹ ਨਹੀਂ ਹੈਗਾ। ਹਾਂ ਕੁਝ ਗਲਤੀਆਂ ਹੁੰਦੀਆਂ ਜਿਹੜੇ ਆਪਾਂ ਡਾਕਟਰਸ ਯੂਜੂਅਲੀ ਕਰ ਜਾਂਦੇ ਆ, ਜਿਹਦੇ ਕਰਕੇ ਆਪਣੇ ਨੰਬਰ ਕੱਟੇ ਜਾਂਦੇ ਆ, ਉਹ ਵੀ ਮੈਂ ਹੁਣੇ ਡਿਸਕਸ ਕਰੂੰਗਾ, ਕਿਉਂਕਿ ਆਪਣੀ ਜਿਹੜੀਆਂ ਟੌਪਿਕ ਵਾਈਜ਼ ਆਉਣਗੀਆਂ ਜ਼ੂਮ ਮੀਟਿੰਗ ਜ਼ੂਮ ਕਲਾਸਿਸ ਕਹਿ ਲਓ ਜਾਂ ਵਟ ਐਵਰ,
ਉਹ ਅਸੀਂ ਹੁਣ ਥੋੜੇ ਟਾਈਮ ਤੱਕ ਪਲਾਨ ਕਰ ਰਹੇ ਹਾਂ। ਆਪਣੇ ਜਿਹੜੇ ਤੁਹਾਡੇ ਸਾਹਮਣੇ ਬੈਠੇ ਨੇ ਡਾਕਟਰ ਮੱਲਨ ਜੀ, ਇਹ MVSC ਮੈਡੀਸਿਨ ਨੇ ਗੜਵਾਸੂ ਤੋਂ, ਸ਼੍ਰੀ ਉੱਪਰ ਜੀ ਦੇ ਸਿਖਾਏ ਹੋਏ ਨੇ, ਤਾਂ ਇਹ ਬਹੁਤ ਕੜੇ ਹੋਏ ਨੇ। ਇਸ ਕਰਕੇ ਤੁਹਾਡੀ ਕਾਫੀ ਜ਼ਿਆਦਾ ਲੈਕਚਰਸ ਤਾਂ ਇਹੀ ਲੈਣਗੇ। ਬਾਕੀ ਅਸੀਂ ਗੜਵਾਸੂ ਤੋਂ ਵੀ ਜਿਹੜੇ ਕੁਝ ਪ੍ਰੋਫੈਸਰ ਨਾਲ ਕੰਟੈਕਟ ਕਰ ਰਹੇ ਹਾਂ, ਤੇ ਕੁਝ ਜਿਹੜੇ ਡਿਪਾਰਟਮੈਂਟ ਦੇ ਐਕਸਪਰਟਸ ਹੈ ਉਹਨਾਂ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਤੋਂ ਵੀ ਕੁਝ ਲੈਕਚਰਸ ਲਏ ਜਾਣ। ਜਿਹੜੇ ਤੁਹਾਡੇ ਲੈਕਚਰਸ ਹੈ ਡਾਕਟਰ ਸਾਹਿਬ, ਦੇਖੋ ਤੁਸੀਂ ਸਾਰੇ ਫਰੈਸ਼ਲੀ ਪਾਸ ਆਊਟ ਹੋ, ਅਸੀਂ ਤਾਂ ਸਾਰੇ ਦੇਖੋ ਪੁਰਾਣੇ। ਹੁਣ ਸਬਜੈਕਟ ਮੈਟਰ ਤੁਹਾਡੇ ਮੁਕਾਬਲੇ ਐਕਸਪੀਰੀਅੰਸ ਤਾਂ ਸਾਨੂੰ ਜ਼ਿਆਦਾ ਹੋ ਗਿਆ, ਬਟ ਸਬਜੈਕਟ ਥੋੜਾ ਅਸੀਂ ਭੁੱਲ ਰਹੇ ਹਾਂ। ਤਾਂ ਇਸ ਕਰਕੇ ਤੁਹਾਡੀ ਨੌਲੇਜ ਬਿਲਕੁਲ ਫਰੈਸ਼ ਹੈ। ਤਾਂ ਜਿਹੜੇ ਵੀ ਤੁਹਾਡੇ ਲੈਕਚਰਸ ਹੋਣਗੇ ਦੇ ਵੋਂਟ ਬੀ ਓਰੀਐਂਟਿਡ ਉਸ ਤੇ ਚੀਜ਼ ਤੇ ਨਹੀਂ ਹੋਣਗੇ ਕਿ ਸਬਜੈਕਟ 'ਚ ਕੀ ਹੈ ਜਾਂ ਤੁਹਾਨੂੰ ਥਿਓਰੀ ਰਿਲੇਟਿਡ ਨਹੀਂ ਹੋਣਗੇ। ਉਹ ਇੱਕ ਜਨਰਲ ਅਪਰੋਚ ਹੋਏਗੀ ਕਿ ਤੁਸੀਂ ਪੇਪਰ 'ਚ ਫਲਾਨਾ ਕੁਐਸਚਨ ਕਿਵੇਂ ਹੈਂਡਲ ਕਰਨਾ ਹੈ। ਮੈਂ ਗਰੁੱਪ ਵਿੱਚ ਵੀ ਐਗਜ਼ਾਮਪਲ ਦਿੱਤੀ ਸੀਗੀ FMD ਦੀ, ਚਲੋ ਮੈਂ ਤੁਹਾਨੂੰ ਦੁਬਾਰਾ ਐਗਜ਼ਾਮਪਲ ਦੇ ਦਿੰਦਾ। ਆਪਾਂ ਗੱਲ ਕੀਤੀ ਸੀ, ਕੁਐਸਚਨ ਆ ਜਾਂਦਾ ਕਿ ਤੁਹਾਡੇ ਏਰੀਏ ਦੇ ਵਿੱਚ ਅਗਰ FMD ਦੇ 10 ਕੇਸ ਜਾਂ 15 ਕੇਸ ਰਿਪੋਰਟ ਹੋ ਜਾਂਦੇ ਆ ਤਾਂ ਤੁਸੀਂ ਕਿਵੇਂ ਮੈਨੇਜ ਕਰੋਗੇ ਜਾਂ ਕਿਵੇਂ ਹੈਂਡਲ ਕਰੋਗੇ ਜਾਂ ਤੁਸੀਂ ਕੀ ਕਰੋਗੇ। ਕਿਉਂਕਿ ਤੁਸੀਂ ਕੁਐਸਚਨ ਦੇਖੇ ਹੋਣਗੇ ਪਿਛਲੇ ਸਾਲਾਂ ਦੇ ਕੁਐਸਚਨ ਪੇਪਰਸ, ਡਾਇਰੈਕਟ ਕੁਐਸਚਨ ਨਹੀਂ ਆਉਂਦੇ ਆ, ਜ਼ਿਆਦਾਤਰ ਕੁਐਸਚਨ ਇਹੀ ਹੁੰਦੇ ਵੀ ਤੁਸੀਂ ਕੀ ਕਰੋਗੇ। ਕਿਉਂਕਿ ਉਹਨਾਂ ਨੇ ਤੁਹਾਨੂੰ ਐਜ਼ ਅ ਵੈਟਨੇਰੀਅਨ ਟੈਸਟ ਨਹੀਂ ਕਰਨਾ, ਉਹ PPSC ਆਲਰੇਡੀ ਕਰ ਚੁੱਕੀ ਹੈ। ਇਹਨਾਂ ਨੇ ਤੁਹਾਡੀ ਐਡਮਿਨਿਸਟ੍ਰੇਟਿਵ ਐਬਿਲਿਟੀਜ਼ ਚੈੱਕ ਕਰਨੀ ਹੈ ਵੀ ਤੁਸੀਂ ਐਜ਼ ਅ ਵੈਟਨਰੀ ਆਫਿਸਰ ਕਿਵੇਂ ਹੈਂਡਲ ਕਰਦੇ ਹੋ ਚੀਜ਼ਾਂ ਨੂੰ। ਫਾਰ ਐਗਜ਼ਾਮਪਲ FMD ਦਾ ਕੇਸ ਹੀ ਹੈ, ਤਾਂ ਆਪਾਂ ਅਗਰ ਆਨਸਰ ਵਿੱਚ ਲਿਖਦੇ ਹਾਂ ਕਿ ਜੀ ਇੰਨੇ ml ਇੰਜੈਕਸ਼ਨ XYZ, ਇੰਨੇ ml ਇੰਜੈਕਸ਼ਨ ABC ਦੇ ਦਿਓ, ਫਿਰ ਉਹਨੂੰ ਤੁਸੀਂ ਫਲਾਨਾ ਦੇ ਦਿਓ, ਇਹ ਦੇ ਦਿਓ, ਆਪਾਂ ਟ੍ਰੀਟਮੈਂਟ ਪਾਰਟ 'ਤੇ ਫੋਕਸ ਕਰ ਲੈਂਦੇ ਹਾਂ ਸਾਰਾ, ਤਾਂ ਉਹ ਆਨਸਰ ਦੇ ਮਾਰਕਸ ਆਪਾਂ ਨੂੰ ਨਹੀਂ ਮਿਲਣਗੇ। ਆਪਾਂ ਫੋਕਸ ਕਰਨਾ ਕਿ ਐਜ਼ ਅ ਵੈਟਨਰੀ ਆਫਿਸਰ ਤੁਸੀਂ ਕੀ ਕਰੋਗੇ। ਜਿੱਦਾਂ ਹੁਣ ਫਾਰ ਐਗਜ਼ਾਮਪਲ ਇਸੇ ਦੇ ਕੇਸ 'ਚ ਹੀ ਹੈ, ਤਾਂ ਕਿਉਂਕਿ ਲਿਸਟ OIE ਡਿਜ਼ੀਜ਼ ਹੈ, ਇਹ ਨੋਟੀਫਾਈਬਲ ਹੈ, ਤਾਂ ਆਪਣਾ ਪਹਿਲਾ ਸਟੈਪ ਹੋਏਗਾ ਵਿਲ ਨੋਟੀਫਾਈ ਇਟ ਟੂ ਹਾਇਰ ਅਥਾਰਟੀਜ਼। ਤਾਂ ਆਪਣੇ ਜੋ ਸੀਨੀਅਰ ਡਾਕਟਰਸ ਨੇ, ਡਿਪਟੀ ਡਾਇਰੈਕਟਰਸ ਨੇ, ਵਾਇਆ ਪ੍ਰੋਪਰ ਚੈਨਲ ਆਪਾਂ ਇਮੀਡੀਏਟਲੀ ਇਸ ਨੂੰ ਰਿਪੋਰਟ ਕਰਾਂਗੇ। ਉਸ ਤੋਂ ਬਾਅਦ ਜੋ ਐਜ਼ ਪਰ ਪ੍ਰੋਟੋਕੋਲ ਆਪਾਂ ਰਿੰਗ ਵੈਕਸੀਨ ਕਰਾਂਗੇ, ਜਿਹੜੇ ਐਨੀਮਲਸ ਆਲਰੇਡੀ ਇਫੈਕਟਡ ਹੈ ਉਹਨਾਂ ਨੂੰ ਸੈਗਰੀਗੇਟ ਕਰਾਂਗੇ। ਕੁਆਰੰਟੀਨ ਦੀ ਲੋੜ ਪੈਂਦੀ ਹੈ ਤਾਂ ਆਪਾਂ ਉਹਨਾਂ ਨੂੰ ਕੁਆਰੰਟੀਨ ਵੀ ਕਰਾਂਗੇ, ਯਾਨੀ ਉਹਨਾਂ ਨੂੰ ਅਲੱਗ ਤੋਂ ਸੈਗਰੀਗੇਟ ਕਰ ਦਾਂਗੇ ਹੈਲਦੀ ਐਨੀਮਲਸ ਨਾਲੋਂ। ਠੀਕ ਹੈ, ਫਿਰ ਉਸ ਤੋਂ ਬਾਅਦ ਆਪਾਂ ਅਵੇਅਰਨੈਸ ਕੈਂਪਸ ਲਗਾਵਾਂਗੇ, ਫਾਰਮਰਸ ਨੂੰ ਦੱਸਾਂਗੇ ਵੀ ਆਪਣੀ ਡੂਜ਼ ਐਂਡ ਡੋਂਟਸ ਕੀ ਆ, ਆਪਾਂ ਬਿਮਾਰੀ ਤੋਂ ਕਿਵੇਂ ਬਚਾਵਾਂਗੇ। ਫਿਰ ਆਪਾਂ ਪ੍ਰੋਸੀਡ ਕਰਾਂਗੇ ਵੈਕਸੀਨ। ਤੇ ਇਸ ਦੇ ਵਿੱਚ ਚਲੋ ਆਫ ਦਾ ਰਿਕਾਰਡ ਹੈ, ਨਾਟ ਪਾਰਟ ਆਫ ਆਨਸਰ। ਜੇ ਇੱਦਾਂ ਦਾ ਐਕਚੁਅਲੀ ਕਿਤੇ ਹੋ ਜਾਂਦਾ ਹੈ ਤਾਂ ਆਪਾਂ ਕਦੇ ਵੀ ਇਹੋ ਜਿਹੀ ਸਿਚੁਏਸ਼ਨ 'ਚ ਮੀਡੀਆ 'ਚ ਕਦੇ ਇਹ ਨਹੀਂ ਦੱਸਣਾ ਹੁੰਦਾ ਕਿ ਜੀ ਸਾਡੇ ਇੱਥੇ FMD ਆ ਗਈ, ਇਹ ਆ ਗਈ, ਉਹ ਆ ਗਈ, ਕਿਉਂਕਿ ਆਪਾਂ ਸਿੰਪਟਮ ਦੇਖੇ ਆ, ਆਪਾਂ ਕਨਫਰਮ ਨਹੀਂ ਕੀਤਾ। ਤਾਂ ਆਪਾਂ ਸੈਂਪਲ ਲੈ ਕੇ RTDL ਭੇਜਣੇ ਹੁੰਦੇ ਆ, ਉੱਥੋਂ ਕਨਫਰਮ ਕਰਦੇ ਆ, PCR ਕਰਦੇ ਆ, ਜਾਂ ਜੋ ਵੀ ਮੈਥਡ ਉਹ ਯੂਜ਼ ਕਰਦੇ ਆ, ਤਾਂ ਉਹ ਵੈਰੀਫਾਈ ਕਰਦੇ ਆ। ਜਿਹੜਾ ਲੋਕਾਂ ਨੂੰ ਦੱਸਣ ਦਾ ਜਾਂ ਅਨਾਊਂਸ ਕਰਨ ਦਾ ਕੰਮ ਹੈ ਉਹ ਡਿਪਾਰਟਮੈਂਟ ਦਾ ਹੁੰਦਾ, ਆਪਣੇ ਕੋਲ ਅਥਾਰਟੀ ਉਸ ਚੀਜ਼ ਦੀ ਨਹੀਂ ਹੈ। ਦੈਟ ਇਜ਼ ਜਸਟ ਆਫ ਰਿਕਾਰਡ, ਨਾਟ ਪਾਰਟ ਆਫ ਯੂਅਰ ਆਨਸਰ ਜੋ ਆਪਾਂ ਕਰ ਰਹੇ ਸੀਗੇ। ਤਾਂ ਉੱਦਾਂ ਹੀ ਆਪਾਂ ਜਿਹੜੇ ਆਨਸਰ ਆ ਉਹ ਦੇਣੇ ਆ ਫਰੋਮ ਵੈਟਨਰੀ ਆਫਿਸਰ ਪੁਆਇੰਟ ਆਫ ਵਿਊ, ਨਾਟ ਐਜ਼ ਅ ਵੈਟਨੇਰੀਅਨ। ਲਾਸਟ 'ਤੇ ਆਪਾਂ ਕੋਸ਼ਿਸ਼ ਕਰਿਓ ਜਿਹੜੇ ਵੀ ਤੁਸੀਂ ਆਨਸਰ ਹੋਣਗੇ ਉਹ ਪੈਰਾਗ੍ਰਾਫ ਫਾਰਮ ਦੇ ਬਜਾਏ ਪੁਆਇੰਟ ਵਾਈਜ਼ ਲਿਖ ਦਿਓ। ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇ ਦਿੰਦਾ। ਸਾਡੇ ਟਾਈਮ 'ਤੇ ਮੈਨੂੰ ਲੱਗਦਾ ਮੈਂ ਇਕਲੌਤਾ ਹੋਊਗਾ ਜਿਹਨੇ ਸਾਰਿਆਂ ਨਾਲੋਂ ਘੱਟ ਸ਼ਬਦਾਂ ਵਿੱਚ ਪੇਪਰ ਲਿਖਿਆ ਸੀਗਾ, ਮਤਲਬ ਮਿਨੀਮਮ ਵਰਡ ਯੂਜ਼ ਕੀਤੇ ਸੀਗੇ, ਬਟ ਨੰਬਰ ਵਧੀਆ ਆ ਗਏ ਸੀ। ਆਈ ਗੈਸ 74 76 ਆ ਗਏ ਸੀ। ਐਗਜ਼ੈਕਟਲੀ ਨਹੀਂ ਮੈਨੂੰ ਯਾਦ ਕਿੰਨੇ ਆਏ ਸੀ, ਬਟ ਗੁੱਡ ਮਾਰਕਸ ਸੀਗੇ। ਕਿਉਂਕਿ ਪੈਰਾਗ੍ਰਾਫ ਦੀ ਬਜਾਏ ਤੁਸੀਂ ਪੁਆਇੰਟਸ ਲਿਖ ਦੋਗੇ ਤਾਂ ਪੇਪਰ ਚੈੱਕ ਕਰਨ ਵਾਲਾ ਸਮਝ ਜਾਏਗਾ ਕਿ ਤੁਹਾਨੂੰ ਪਤਾ ਹੈ। ਉਹਨੇ ਤੁਹਾਡੇ ਤੋਂ ਡਿਟੇਲ ਨਹੀਂ ਲੈਣੀ, ਹੀ ਜਸਟ ਵਾਂਟਸ ਟੂ ਨੋ ਕਿ ਤੁਹਾਨੂੰ ਮੋਡ ਆਫ ਐਕਸ਼ਨ ਪਤਾ ਹੈ ਕਿ ਨਹੀਂ ਹੈ। ਤੁਸੀਂ ਪੁਆਇੰਟ ਵਾਈਜ਼ ਲਿਖ ਕੇ ਉਹਨੂੰ ਐਕਸਪਲੇਨ ਨਹੀਂ ਵੀ ਕਰੋਗੇ, ਇਟ ਵਿਲ ਵਰਕ, ਤੁਹਾਨੂੰ ਮਾਰਕਸ ਮਿਲਣਗੇ ਉਸ ਚੀਜ਼ ਦੇ। ਬਟ ਇਟ ਡਜ਼ਨਟ ਮੀਨ ਕਿ ਮੈਂ ਤੁਹਾਨੂੰ ਕਹਿ ਰਿਹਾ ਐਕਸਪਲੇਨ ਨਾ ਕਰੋ। ਜੋ ਤੁਹਾਨੂੰ ਆਉਂਦਾ ਤੁਸੀਂ ਉੱਥੇ ਪੂਰਾ ਗੁੱਸਾ ਕੱਢ ਕੇ ਆਉਣਾ ਪੇਪਰ 'ਤੇ, ਵੀ ਤੁਹਾਨੂੰ ਜੋ ਨੌਲੇਜ ਹੈ ਪੂਰਾ ਲਿਖ ਕੇ ਆਉਣਾ, ਉੱਥੇ ਕੋਈ ਰਹਿ ਨਾ ਜਾਵੇ। ਬਟ ਉਹਨੂੰ ਪੁਆਇੰਟ ਵਾਈਜ਼ ਲਿਖਣਾ। ਜਿੱਦਾਂ ਪੁਆਇੰਟ 1 ਰਿਪੋਰਟਿੰਗ, ਤੁਸੀਂ ਲਿਖ ਦੇਣਾ ਕਿ ਲਿਸਟ OIE ਡਿਜ਼ੀਜ਼ ਹੈ, ਇਹਨੂੰ ਰਿਪੋਰਟ ਕਰੋ। ਪੁਆਇੰਟ 2 ਸੈਗਰੀਗੇਸ਼ਨ ਐਂਡ ਕੁਆਰੰਟੀਨ, ਫਿਰ ਤੁਸੀਂ ਉਹਨੂੰ ਹਲਕਾ ਜਿਹਾ ਐਕਸਪਲੇਨ ਕਰ ਦਿਓ। ਫਿਰ ਤੁਸੀਂ ਪੁਆਇੰਟ 3 ਕਹਿਣਾ ਰਿੰਗ ਵੈਕਸੀਨ, ਫਿਰ ਤੁਸੀਂ ਕਹਿਣਾ ਐਸ ਪਰ ਪ੍ਰੋਟੋਕੋਲ। ਇੱਦਾਂ ਕਰਦੇ ਕਰਦੇ ਟ੍ਰੀਟਮੈਂਟ 'ਤੇ ਭਾਵੇਂ ਤੁਸੀਂ ਸਿਰਫ ਇਹ ਵੀ ਲਿਖ ਦੋਗੇ ਕਿ ਐਸ ਪਰ ਪ੍ਰੋਟੋਕੋਲ, ਤਾਂ ਤੁਹਾਨੂੰ ਪੂਰੇ ਨੰਬਰ ਮਿਲ ਜਾਣਗੇ। ਉੱਥੇ ਤੁਹਾਨੂੰ ਉਹਨਾਂ ਨੇ ਇਹ ਨਹੀਂ ਪੁੱਛਣਾ ਵੀ ਤੁਸੀਂ ਕਿਹੜਾ ਇੰਜੈਕਸ਼ਨ, ਕਿਹੜਾ ਬ੍ਰਾਂਡ, ਕਿੰਨੀ ਡੋਜ਼ ਯੂਜ਼ ਕਰ ਰਹੇ ਹੋ। ਉਹ ਕਿਉਂਕਿ ਤੁਸੀਂ ਵੈਟਨੇਰੀਅਨ ਹੋ, ਇਹ ਤੁਹਾਨੂੰ ਆਲਰੇਡੀ ਪਤਾ ਹੈ। ਇਹ ਉਹਨਾਂ ਨੂੰ ਵੀ ਪਤਾ ਹੈ ਕਿ ਤੁਸੀਂ PPSC ਕਲੀਅਰ ਕਰਕੇ ਆਏ ਹੋ, ਤੁਸੀਂ ਸਾਰੇ ਜਣੇ ਪੋਸਟ ਗ੍ਰੈਜੂਏਟ ਹੋ, ਤੁਹਾਡੇ 'ਚੋਂ ਕੁਝ ਤਾਂ PhD ਵਾਲੇ ਵੀ ਹੈਗੇ ਆ। ਤਾਂ ਇਸ ਕਰਕੇ ਟ੍ਰੀਟਮੈਂਟ 'ਤੇ ਤੁਹਾਡੀ ਕਿਸੇ ਨੂੰ ਕੋਈ ਡਾਊਟ ਨਹੀਂ ਹੈ। ਯੂ ਆਰ ਦਾ ਬੈਸਟ ਜੱਜ ਆਫ ਟ੍ਰੀਟਮੈਂਟ।
ਤਾਂ ਤੁਹਾਨੂੰ ਇਹਦੇ ਬਾਰੇ ਉਹ ਪੁੱਛਣਗੇ ਵੀ ਨਹੀਂ। ਹਾਂ, ਕਈ ਵਾਰ ਕੁਐਸਚਨ ਆ ਜਾਂਦੇ ਆ ਬਿਲਕੁਲ ਸਟ੍ਰੇਟ ਫਾਰਵਰਡ ਕਿ ਇਹਦਾ ਤੁਸੀਂ ਟ੍ਰੀਟਮੈਂਟ ਕੀ ਕਰੋਗੇ ਜਾਂ ਇਸ ਦਾ ਪ੍ਰੋਟੋਕੋਲ ਕੀ ਫੋਲੋ ਕਰੋਗੇ। ਤਾਂ ਉਸ ਕੇਸਿਸ ਵਿੱਚ ਤੁਸੀਂ ਟ੍ਰੀਟਮੈਂਟ ਦੇ ਦੇਣਾ। ਜਿੱਦਾਂ ਸਾਡੀ ਵਾਰ ਕੁਐਸਚਨ ਆਇਆ ਸੀਗਾ ਕਿ ਡਿਫਰੈਂਸ਼ੀਏਟ ਬਿਟਵੀਨ ਡਿਫਰੈਂਟ ਟਾਈਪਸ ਆਫ ਹੈਮੋਪ੍ਰੋਟੋਜ਼ੋਲ ਡਿਜ਼ੀਜ਼, देयर प्रिवेंशन एंड देयर ट्रीटमेंट। और ट्रीटमेंट पूछ लिया सी उन्होंने, तो फिर तुसी उस केस दे विच ट्रीटमेंट दोगे। ट्रीटमेंट विच भी ना तुसी कोशिश करियो, आपां ये नहीं लिखना कि इंजैक्शन फलाना इन्ने ml, तुसी रादर जिहड़ी क्लास दी मैडिसिन यूज़ हो रही है दैट क्लास ऑफ मैडिसिन डिफाइन करो कि उन्होंने असी एंटी एलर्जिक देवांगे फॉर जिहड़ा उहदे की कहते हैं सिम्पटोमैटिक ट्रीटमेंट ਲਈ ਉਹਦੇ ਐਂਟੀ ਉਹਨੂੰ ਐਨਰਜੈਸਿਕਸ ਦੇਵਾਂਗੇ, ਐਂਟੀਪਾਇਰੈਟਿਕਸ ਦੇਵਾਂਗੇ, ਐਂਟੀ ਇਨਫਲੇਮੇਟਰੀ ਦੇਵਾਂਗੇ। ਐਗਜ਼ਾਮਪਲ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਜਿੱਦਾਂ ਨਸ਼ੇਟਸ ਦਿੱਤਾ ਐਗਜ਼ਾਮਪਲ ਮੈਲੋਨੈਕਸੀਆ ਵਟਸਐਵਰ, ਬਟ ਆਪਾਂ ਇਹ ਨਹੀਂ ਲਿਖਦੇ ਕਿ ਟ੍ਰੀਟਮੈਂਟ ਦੇ ਵਿੱਚ 15 ml ਫਲਾਨਾ, ਇੰਨੇ ml ਇਹ, ਇੰਨੇ ml ਉਹ ਗਲਤ ਹੋ ਜਾਏਗਾ। ਆਪਾਂ ਟ੍ਰੀਟਮੈਂਟ ਡਿਫਾਈਨ ਕਰਨਾ ਹੈ, ਨਾ ਕਿ ਉਹਨਾਂ ਨੂੰ ਇਹ ਲਿਖਣਾ ਕਿ ਕਿਹੜਾ ਕਿਹੜਾ ਇੰਜੈਕਸ਼ਨ ਲਗਾ ਰਹੇ ਆ। ਇਹ ਕਾਮਨ ਮਿਸਟੇਕਸ ਹੈ ਜੋ ਹਰ ਕੋਈ ਕਰ ਜਾਂਦਾ ਹੈ। ਆਪਾਂ ਇਹਨੂੰ ਐਜ਼ ਅ ਰਜੀਮ ਡਿਫਾइन करना है, नॉट एज अ प्रिस्क्रिप्शन। ਤਾਂ ਮਤਲਬ ਸਰ ਕੁਛ ਐਡ ਕਰੋਗੇ ਇਹਦੇ ਵਿੱਚ? ਦੱਸੋ ਤਾਂ ਸਾਰਾ ਗਾਈਡ ਠੀਕ ਹੈ। ਤਾਂ ਇਹ ਸੀਗਾ ਜਿਹੜੀ ਆਪਾਂ ਕਿੱਦਾਂ ਉਹਨੂੰ ਅਪਰੋਚ ਕਿੱਦਾਂ ਕਰਨਾ ਐਗਜ਼ਾਮ ਨੂੰ। ਐਗਜ਼ਾਮ ਜਿਹੜਾ ਹੈਗਾ ਕੋਈ ਬਹੁਤ ਜ਼ਿਆਦਾ ਡਿਫਿਕਲਟ ਨਹੀਂ ਹੋਏਗਾ, ਬਿਲਕੁਲ ਬੇਸਿਕ ਚੀਜ਼ਾਂ ਹੋਣੀਆਂ। ਜ਼ਿਆਦਾਤਰ ਕੁਐਸਚਨ ਨਾ ਕਈ ਵਾਰ ਇਹ ਆ ਜਾਂਦੇ ਆ ਕਿ ਜੋ ਕਰੰਟ ਡਿਪਾਰਟਮੈਂਟ ਦੀਆਂ ਸਕੀਮਸ ਕੀ ਚੱਲ ਰਹੀਆਂ, ਉਹਦੇ ਵਿੱਚ ਡਿਪਾਰਟਮੈਂਟ ਦੀਆਂ ਐਕਟੀਵਿਟੀਜ਼ ਕੀ ਹੈ। ਤਾਂ ਜਿਹੜੇ ਗਰੁੱਪ ਵਿੱਚ ਤੁਸੀਂ ਦੇਖੋ ਕਿ ਕਾਫੀ ਨੋਟਸ ਵਗੈਰਾ ਭੇਜੇ ਜਿਹਦੇ ਵਿੱਚ ਹੈ ਕਿ ਇੰਸ਼ੋਰੈਂਸ ਸਕੀਮ ਕੀ ਹੈ, ਗੋਡਸ ਵਾਸਤੇ ਕੀ ਸਕੀਮ ਹੈ, ਪਿਗਰੀ ਵਾਸਤੇ ਕੀ ਸਕੀਮ ਹੈ, ਜਾਂ ਡਿਪਾਰਟਮੈਂਟ ਵਿੱਚ ਕਿਹੜੀ ਕਿਹੜੀ ਵੈਕਸੀਨ ਚੱਲ ਰਹੀ ਹੈ, ਉਹਦਾ ਕੀ ਸ਼ਡਿਊਲ ਹੈ, ਕਿਵੇਂ ਕਿਵੇਂ ਲਗਾਉਣੀ ਹੈ, ਸਾਲ 'ਚ ਕਿੰਨੀ ਵਾਰ ਲੱਗਦੀ ਹੈ। ਉਹ ਸਾਰੇ ਕੁਐਸਚਨ ਇੱਕ ਵਾਰ ਜ਼ਰੂਰ ਦੇਖ ਲਿਓ। ਡਿਪਾਰਟਮੈਂਟ ਰਿਲੇਟਿਡ ਸਕੀਮਸ ਹੈ, ਡਿਪਾਰਟਮੈਂਟ ਰਿਲੇਟਿਡ ਡਿਊਟੀਜ਼ ਹੈ, ਜਾਂ ਡਿਪਾਰਟਮੈਂਟ ਦੇ ਵਿੱਚ ਕੀ ਕੀ ਫੈਸਿਲਿਟੀਜ਼ ਅਵੇਲੇਬਲ ਹੈ। ਜਿੱਦਾਂ ਹੁਣ ਸੈਕਸੀਮਨ ਚੱਲ ਰਿਹਾ ਆਪਣੇ ਕਾਓ ਬਫੈਲੋ ਦੋਨਾਂ ਦਾ, ਤਾਂ ਉਹਦੇ ਬਾਰੇ ਕੁਐਸਚਨ ਆ ਸਕਦਾ ਹੈ। ਹੁਣ ਲੰਪੀ ਸਕਿਨ ਰੀਸੈਂਟਲੀ ਹੋ ਕੇ ਗਈ ਹੈ ਤਾਂ ਉਹਦੇ ਕੁਐਸਚਨ ਆ ਸਕਦਾ ਹੈ। ਹੁਣ ਕਲਾਸੀਕਲ ਸਵਾਈਨ ਫੀਵਰ ਹੈ, ਉਹਦੇ 'ਤੇ ਕੁਐਸਚਨ ਆ ਸਕਦਾ ਹੈ। ਤਾਂ ਤੁਸੀਂ ਜੋ ਮਤਲਬ ਡੇਲੀ ਐਕਟੀਵਿਟੀਜ਼ ਕਹਿ ਲਓ ਜਾਂ ਜੋ ਕਰੰਟ ਸਿਨੈਰੀਓ ਹੈ ਉਹਦੇ ਕੁਐਸਚਨ ਹਮੇਸ਼ਾ ਆ ਸਕਦਾ ਹੈ, ਤਾਂ ਉਹ ਪ੍ਰਿਪੇਅਰ ਕਰਕੇ ਜਾਓ। ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਡੇ ਸਿਲੇਬਸ ਵਿੱਚ ਨਹੀਂ ਹੈਗੀਆਂ ਬਟ ਕੁਐਸਚਨ ਆ ਸਕਦਾ ਹੈ। ਜਿੱਦਾਂ ਸਾਨੂੰ ਆ ਗਿਆ ਸੀ ਰਾਬੀ ਐਂਡ ਖਰੀਫ ਕ੍ਰੌਪਸ 'ਤੇ, ਕਿਉਂਕਿ ਫੋਡਰ ਆਪਣੇ 'ਚ ਹੀ ਆਏਗਾ। ਸਾਨੂੰ ਉਹਦੀਆਂ ਐਗਜ਼ਾਮਪਲਸ ਵੀ ਦੇਣੀਆਂ ਸੀ, ਉਹਦੇ ਡਿਫਾਈਨ ਵੀ ਕਰਨਾ ਸੀ। 10 ਮਾਰਕਸ ਦਾ ਕੁਐਸਚਨ ਸੀਗਾ ਰਾਬੀ ਐਂਡ ਖਰੀਫ ਕ੍ਰੌਪਸ। ਤਾਂ ਇਸ ਕਰਕੇ ਫੋਡਰ ਰਿਲੇਟਿਡ ਵੀ ਜਿਹੜਾ ਹੈ, ਜਿੱਦਾਂ ਤੁਸੀਂ ਹੇਅਰ ਮੇਕਿੰਗ, ਸਾਈਲੇਜ ਮੇਕਿੰਗ, ਇਹ ਪ੍ਰਿਪੇਅਰ ਕਰਕੇ ਜਾਇਓ। ਇਹਦੇ ਕੁਐਸਚਨ ਆ ਸਕਦੇ ਆ। ठीक है, ਤੁਸੀਂ हेयर मेकिंग कर लो, साइलेज मेकिंग कर लो, फॉडर डिफरेंसीएशन कर लो, एंटी न्यूट्रिशनल फैक्टर्स जो है अलग-अलग फॉडर्स ਦੇ ਵਿੱਚ, ਜਾਂ ਫੋਡਰ ਤਾਂ ਨਹੀਂ ਕਹਿ ਸਕਦੇ, ਉਹਦੇ ਵਿੱਚ ਜਿਹੜੇ ਉੱਗ ਜਾਂਦੇ ਆ ਕੀ ਕਹਿੰਦੇ ਉਹਨਾਂ ਨੂੰ, ਉਹ ਕਾਫ ਫੂਡਸ ਜਿਹੜਾ ਉਹ ਫੋਡਰ ਦੇ ਵਿੱਚ ਉੱਗਦਾ ਉਹਨਾਂ ਨੂੰ ਕੀ ਕਹਿੰਦੇ ਆ, ਫਾਲਤੂ ਚੀਜ਼ਾਂ। ਦੇਖੋ ਆਹੀ ਮੈਂ ਤੁਹਾਨੂੰ ਡਿਫਾਈਨ ਕਰਨਾ ਚਾਹ ਰਿਹਾ ਸੀਗਾ ਵੀ ਦੇਖੋ ਅਸੀਂ ਪੁਰਾਣੇ ਹੋ ਗਏ, ਸਾਨੂੰ ਥਿਉਰੀ ਤੋਂ ਅਸੀਂ ਦੂਰ ਹੋ ਗਏ ਹਾਂ। ਤੁਹਾਡੀ ਥਿਉਰੀ ਬਿਲਕੁਲ ਫਰੈਸ਼ ਹੈ, ਇਸ ਕਰਕੇ ਡਿਪਾਰਟਮੈਂਟ ਨੇ ਵੀ ਤੁਹਾਡੀ ਥਿਉਰੀ ਚੈੱਕ ਨਹੀਂ ਕਰਨੀ ਹੈ, ਤੁਹਾਡੀ ਐਡਮਿਨਿਸਟ੍ਰੇਟਿਵ ਐਬਿਲਿਟੀਜ਼ ਚੈੱਕ ਕਰਨੀ ਹੈ। ਵੀਡਸ, ਜਿੱਦਾਂ ਵੀਡਸ ਆ ਜਾਂਦੀਆਂ ਫੋਡਰ ਦੇ ਵਿੱਚ, ਉਹਦੇ ਐਂਟੀ ਨਿਊਟ੍ਰੀਟਿਵ ਫੈਕਟਰਸ ਹੈਗੇ ਆ, ਉਹ ਸਾਰੇ ਤੁਸੀਂ ਪੜ੍ਹ ਕੇ ਜਾਇਓ, ਉੱਥੇ ਕੁਐਸਚਨ ਆ ਜਾਂਦਾ ਹੁੰਦਾ ਹੈ। ਇਨਫੈਕਟ ਪਿਛਲੇ ਸਾਲਾਂ 'ਚ ਆਏ ਵੀ ਹੈਗੇ ਆ। ਇਹ ਸ਼ਾਇਦ ਮੈਨੂੰ ਸਿਲੇਬਸ ਮੈਂ ਮੋਟਾ ਪੜ੍ਹਿਆ ਸੀ, ਉਹ 'ਚ ਲਿਖਿਆ ਨਹੀਂ ਹੋਇਆ ਫੋਡਰ ਦਾ, ਵੀਡਸ ਦਾ ਜਾਂ ਐਂਟੀ ਨਿਊਟ੍ਰੀਸ਼ਨ ਫੈਕਟਰਸ ਦਾ, ਬਟ ਇਹ ਤੁਸੀਂ ਤਿਆਰ ਕਰਕੇ ਜਾਇਓ, ਇਹ ਕੁਐਸਚਨ ਆ ਸਕਦੇ ਆ। ਆਪਾਂ ਆਉਣ ਵਾਲੇ ਲੈਕਚਰਸ ਨੂੰ ਕਵਰ ਵੀ ਕਰਾਂਗੇ ਅਤੇ ਕੋਸ਼ਿਸ਼ ਕਰਾਂਗੇ ਅਸੀਂ ਜਿਹੜੇ ਆਉਣ ਵਾਲੇ ਲੈਕਚਰਸ ਆ ਉਹਨੂੰ ਟਾਈਮਿੰਗ ਇਸ ਹਿਸਾਬ ਨਾਲ ਰੱਖੀਏ ਕਿ ਸਾਰੇ, ਕਿਉਂਕਿ ਹੁਣ ਆਪਾਂ ਡਿਊਟੀ ਵਾਲੇ ਹੋ ਗਏ ਨਾ ਸਾਰੇ, ਵੀ ਆਪਾਂ ਘਰ ਜਾ ਕੇ ਲੰਚ ਵਗੈਰਾ ਕਰਕੇ ਥੋੜ੍ਹਾ ਫ੍ਰੀ ਹੋ ਜਾਈਏ। ਤਾਂ ਟਾਈਮਿੰਗ ਅਸੀਂ ਡਿਸਾਈਡ ਕਰ ਰਹੇ ਹਾਂ, ਹੋਪਫੁਲੀ ਈਵਨਿੰਗ 'ਚ ਹੀ ਰੱਖਾਂਗੇ, ਜਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ YouTube ਵੀਡੀਓਜ਼ ਹੀ ਬਣਾ ਦਈਏ ਤਾਂ ਜੋ ਸਾਰੇ ਆਪਣੇ ਕੰਫਰਟ ਦੇ ਹਿਸਾਬ ਨਾਲ, ਆਪਣੇ ਫੇਵਰੇਟ ਟਾਈਮਿੰਗ ਦੇ ਹਿਸਾਬ ਨਾਲ ਆਪੇ ਹੀ ਦੇਖ ਲੈਣ। ਅਤੇ ਆਪਾਂ ਵੀਕਐਂਡਸ ਦੇ ਉੱਪਰ ਇੱਕ ਡਾਊਟ ਸੈਸ਼ਨ ਰੱਖ ਲਿਆ ਕਰਾਂਗੇ, ਜਿਹਦੇ ਵਿੱਚ ਅਸੀਂ 4 ਜਾਂ 5 ਡਾਕਟਰਸ ਦਾ ਪੈਨਲ ਲਿਆਇਆ ਕਰਾਂਗੇ। ਤਾਂ ਤੁਸੀਂ ਉਹ ਫਿਰ ਜਿਹੜੇ ਉਸ ਵੀਕ ਦੇ ਲੈਕਚਰਸ ਹੋਇਆ ਕਰਨਗੇ, ਉਹਦੇ ਡਾਊਟਸ ਆਪਣੇ ਜ਼ੂਮ ਮੀਟਿੰਗ 'ਤੇ ਪੁੱਛ ਸਕਦੇ ਹੋ। ਠੀਕ ਰਹੇਗਾ ਨਾ ਡਾਕਟਰ ਸਾਹਿਬ? ਕਿਉਂਕਿ ਤੁਸੀਂ ਬਣਾਉਣੀ ਹੈ ਮੋਸਟਲੀ। ਤਾਂ ਇਸ ਦੇ ਨਾਲ ਹੀ ਡਾਕਟਰ ਸਾਹਿਬ ਮੈਂ 2-4 ਚੀਜ਼ਾਂ ਤੁਹਾਨੂੰ ਛੋਟੀਆਂ ਹੋਰ ਦੱਸਣੀਆਂ ਚਾਹੂੰਗਾ। ਡਾਕਟਰ ਸਾਹਿਬ ਜਦੋਂ ਵੀ ਤੁਸੀਂ ਨਾ ਪੇਪਰ ਦੇਣ ਜਾਓਗੇ ਤਾਂ ਉੱਥੇ ਰਿਕੁਐਸਟ ਹੈ ਕਿ ਅਗਰ 9 ਵਜੇ ਦਾ ਟਾਈਮ ਹੈ ਤਾਂ ਪਲੀਜ਼ ਅੱਧਾ ਘੰਟਾ ਪਹਿਲਾਂ ਪਹੁੰਚ ਜਾਓ, ਕਿਉਂਕਿ 9 ਵਜੇ ਐਗਜ਼ੈਕਟ ਪੇਪਰ ਸਟਾਰਟ ਹੈ। 9 ਵਜੇ ਐਂਟਰੀ ਦਾ ਟਾਈਮ ਨਹੀਂ ਹੈਗਾ।
ਤੁਸੀਂ ਉਸ ਤੋਂ ਅੱਧਾ ਘੰਟਾ ਪੌਣਾ ਘੰਟਾ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਟਾਰਗੇਟ ਰੱਖਣਾ ਹੈਗਾ ਵੀ ਤੁਸੀਂ ਟਾਈਮ ਤੋਂ ਪਹਿਲਾਂ, ਜੇ 9 ਵਜੇ ਪੇਪਰ ਸਟਾਰਟ ਹੋਣਾ ਤਾਂ 9 ਵਜੇ ਤੋਂ ਪੇਪਰ ਸਟਾਰਟ ਹੋ ਜਾਣਾ ਹੈ, ਤੁਸੀਂ ਉਸ ਤੋਂ ਪਹਿਲਾਂ ਹੀ ਪਹੁੰਚੋਗੇ। ਜੇ ਕੋਈ ਬਹੁਤ ਦੂਰ ਤੋਂ ਆ ਰਿਹਾ, ਜਿੱਦਾਂ ਡਿਸਟ੍ਰਿਕਟ ਸਾਹਿਬ ਫਾਜ਼ਿਲਕਾ, ਇੱਧਰੋਂ ਜਲਾਲਾਬਾਦ, ਮੁਕਤਸਰ, ਫਰੀਦਕੋਟ, ਫਿਰੋਜ਼ਪੁਰ, ਅਗਰ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਸਵੇਰ ਲੇਟ ਹੋਵੋਗੇ ਤਾਂ ਇੱਕ ਦਿਨ ਪਹਿਲਾਂ ਪਹੁੰਚ ਕੇ ਉੱਥੇ ਤੁਸੀਂ ਸਟੇ ਕਰ ਸਕਦੇ ਹੋ। ਅਸੀਂ ਵੀ ਇੱਕ ਦਿਨ ਪਹਿਲਾਂ ਪਹੁੰਚ ਕੇ ਸਟੇ ਕੀਤਾ ਸੀਗਾ ਕਿ ਬੰਦਾ ਸਵੇਰ ਟਾਈਮ ਨਾਲ ਪਹੁੰਚ ਜਾਂਦਾ ਹੈ। ਪਰ ਲੇਟ ਨਹੀਂ ਹੋਣਾ, ਕਿਉਂਕਿ ਡਾਕਟਰ ਸਾਹਿਬ ਦੇਖੋ, ਕਿਉਂਕਿ ਮਕਸੀਪਾ ਦਾ ਰੂਲ ਹੈ, ਜੇ ਤੁਸੀਂ ਲੇਟ ਹੋ ਗਏ ਉਹਨਾਂ ਨੇ ਤੁਹਾਡੀ ਪੇਪਰ ਦੇ ਵਿੱਚ ਐਂਟਰੀ ਡਿਨਾਈ ਕਰ ਸਕਦੇ ਆ। ਉਹ ਲੀਨੀਅੰਸੀ ਜ਼ਿਆਦਾ ਨਹੀਂ ਰੱਖਦੇ, ਤਾਂ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਟਾਈਮਲੀ ਉੱਥੇ ਪਹੁੰਚ ਜਾਈਏ। ਅਗਰ ਆਪਾਂ ਨੂੰ ਲੱਗਦਾ ਆਪਾਂ ਦੂਰ ਬੈਠੇ ਆ ਜਾਂ ਸਵੇਰ ਕੋਈ ਬੱਸ ਆਪਣੀ ਬਿਲਕੁਲ ਟਾਈਮ ਤੇ ਪਹੁੰਚ ਰਹੀ ਹੈ ਜਾਂ ਟ੍ਰੇਨ ਬਿਲਕੁਲ ਟਾਈਮ ਤੇ ਪਹੁੰਚ ਰਹੀ ਹੈ, ਤਾਂ ਕੋਸ਼ਿਸ਼ ਕਰੋ ਇੱਕ ਦਿਨ ਪਹਿਲਾਂ ਪਹੁੰਚ ਜਾਓ ਉੱਥੇ, ਕਿਉਂਕਿ ਆਪਾਂ ਟ੍ਰੈਫਿਕ ਨੂੰ ਵੀ ਕੰਸੀਡਰ ਕਰਨਾ ਹੈ। ਕਈ ਵਾਰ ਹੁੰਦਾ ਟ੍ਰੈਫਿਕ ਜਾਮ ਲੱਗ ਜਾਂਦਾ ਹੈ ਜਾਂ ਕੋਈ ਅਦਰ ਅਨਅਵੋਇਡੇਬਲ ਸਿਚੁਏਸ਼ਨ ਆ ਜਾਂਦੀ ਹੈ, ਤਾਂ ਦੂਰ ਵਾਲੇ ਜ਼ਿਲ੍ਹਿਆਂ ਨੂੰ ਰਿਕੁਐਸਟ ਹੈ ਕਿ ਉਹ ਇੱਕ ਦਿਨ ਪਹਿਲਾਂ ਹੀ ਪਹੁੰਚ ਜਾਣ। ਬਾਕੀ ਡਾਕਟਰ ਸਾਹਿਬ ਉੱਥੇ ਤੁਸੀਂ ਆਪਣੀ ਵਾਟਰ ਬੋਟਲ ਕੈਰੀ ਕਰ ਸਕਦੇ ਹੋ, ਬਟ ਫਿਰ ਵੀ ਇੱਕ ਵਾਰ ਪ੍ਰਾਇਰ ਉਹਨਾਂ ਨੂੰ ਐਗਜ਼ਾਮੀਨਰ, ਕਿਉਂਕਿ ਕਈ ਵਾਰ ਹੁੰਦਾ ਐਗਜ਼ਾਮੀਨਰ ਆ ਜਾਂਦਾ ਉਹ ਨਹੀਂ ਹੈ, ਤਾਂ ਐਗਜ਼ਾਮੀਨਰ ਤੋਂ ਤੁਸੀਂ ਪੁੱਛ ਕੇ ਵਾਟਰ ਬੋਟਲ ਕੈਰੀ ਕਰ ਸਕਦੇ ਹੋ, ਸਿੰਪਲ ਬਿਸਲਰੀ ਬੋਟਲ ਜਾਂ ਜੋ ਵੀ ਹੈ। ਆਲ ਦੋ ਰਿਕੁਆਇਰਮੈਂਟ ਨਹੀਂ ਹੈ, ਉੱਥੇ ਪਾਣੀ ਤੁਹਾਨੂੰ ਪ੍ਰੋਵਾਈਡ ਕਰਦੇ ਹੈ, ਤੁਸੀਂ ਬੈਠੋਗੇ ਮੰਗੋਗੇ ਪਾਣੀ ਮਿਲੇਗਾ। ਪੇਪਰ ਦੇ ਦੌਰਾਨ ਤੁਹਾਨੂੰ ਉੱਠ ਕੇ ਜਾਣ ਦੀ ਇਜਾਜ਼ਤ ਨਹੀਂ ਦੇਣਗੇ, ਇਸ ਕਰਕੇ ਤੁਸੀਂ ਆਪਣਾ ਜੋ ਹੈ, ਜੋ ਵੀ ਕਿਸੇ ਨੇ ਵਾਸ਼ਰੂਮ ਵਗੈਰਾ ਜਾਣਾ ਤਾਂ ਪਹਿਲਾਂ ਜਾ ਆਇਓ ਪ੍ਰਾਇਰਲੀ, ਤਾਂ ਟਾਈਮ 'ਤੇ ਉਹਨਾਂ ਨੇ ਨਹੀਂ ਉੱਠਣ ਦੇਣਾ। ਆਲ ਦੋ ਹੋ ਸਕਦਾ ਕੋਈ ਚੰਗਾ ਐਗਜ਼ਾਮੀਨਰ ਆ ਜਾਏ, ਬਟ ਅਦਰਵਾਈਜ਼ ਰੂਲ ਸੇਜ਼ ਯੂ ਕਾਂਟ ਲੀਵ ਦਾ ਹਾਲ। ਇੱਕ ਲਾਸਟ ਹੈ ਡਾਕਟਰ ਸਾਹਿਬ, ਜਦੋਂ ਤੁਸੀਂ ਐਂਡ ਇਟਸ ਵੈਰੀ ਇੰਪੋਰਟੈਂਟ ਕਿ ਜਦੋਂ ਤੁਸੀਂ ਬੁੱਕ ਲੈ ਲਈ ਸਾਰਿਆਂ ਨੇ, ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਉਹਨਾਂ ਨੇ ਕੁਐਸਚਨ ਪੁੱਛਿਆ ਉਹ ਤੁਸੀਂ ਅੱਧੇ ਪੇਜ ਉੱਪਰ ਲਿਖਣਾ ਹੈ, ਬਟ ਬੁੱਕ ਵਿੱਚ ਸੇਮ ਟੌਪਿਕ ਉਹਨਾਂ ਨੇ 2.5 ਜਾਂ 3 ਪੇਜ 'ਤੇ ਐਕਸਪਲੇਨ ਕੀਤਾ ਹੋਇਆ ਹੈ, ਤਾਂ ਤੁਸੀਂ ਉਹ ਸੇਮ ਟੌਪਿਕ ਨੂੰ ਸ਼ਾਰਟ ਕਰਕੇ ਲਿਖਣਾ ਹੈ ਆਪਣੇ ਆਨਸਰ ਦੇ ਵਿੱਚ। ਤਾਂ ਅਗਰ ਤੁਸੀਂ ਟਾਈਮ 'ਤੇ ਕਰਨ ਲੱਗ ਜਾਓਗੇ ਤਾਂ ਕਈ ਵਾਰ ਟਾਈਮ ਪੂਰਾ ਹੋ ਜਾਂਦਾ, ਆਪਣਾ ਪੇਪਰ ਵਿੱਚ ਰਹਿ ਜਾਂਦਾ। ਤਾਂ ਮੈਂ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਕਿ ਜਿਹੜੀ ਆਪਾਂ ਨੂੰ ਬੁੱਕ ਵੀ ਹੈ ਉਹ ਤੁਸੀਂ ਇੱਕ ਮੋਟੀ ਨਿਗਾਹ ਸਾਰੇ ਦੇ ਲਿਓ, ਆਪਾਂ ਨੂੰ ਇੱਕ ਤਾਂ ਆਈਡੀਆ ਹੋ ਜਾਏਗਾ ਕਿ ਕਿਹੜਾ ਟੌਪਿਕ ਕਿਹੜੇ ਪੇਜ 'ਤੇ ਹੈ। ਤੇ ਇੱਕ ਡਾਕਟਰ ਸਾਹਿਬ ਤੁਸੀਂ ਸਾਰੇ ਜਣੇ ਧਿਆਨ ਰੱਖਿਓ, ਕੋਈ ਵੀ ਬੁੱਕ ਦੇ ਉੱਪਰ ਮਾਰਕਰ, ਪੈਨ, ਪੈਨਸਿਲ ਕੋਈ ਮਾਰਕਿੰਗ ਨਾ ਕਰਿਓ। ਕਈ ਵਾਰ ਆਪਾਂ ਸੋਚਦੇ ਕਿ ਉੱਥੇ ਆਹ ਕੁਐਸਚਨ ਆਉਣ ਦੀ ਸੰਭਾਵਨਾ ਹੈ, ਇਹਨੂੰ ਪਹਿਲਾਂ ਹੀ ਆਪਾਂ ਸਮਰਾਈਜ਼ ਕਰਕੇ ਕੰਪਰੈਸਿਵ ਕਰਨ ਦੀ ਬਜਾਏ ਆਪਾਂ ਉੱਥੇ ਨਾ ਮਾਰਕਿੰਗ ਕਰ ਲੈਂਦੇ ਕਿ ਪੇਪਰ 'ਤੇ ਜਿਹੜਾ ਹਾਈਲਾਈਟ ਕੀਤਾ ਇਹੀ ਲਿਖ ਦਾਂਗੇ। ਡਾਕਟਰ ਸਾਹਿਬ ਤੁਹਾਡੀ ਬੁੱਕ 'ਤੇ ਕੋਈ ਵੀ ਮਾਰਕਿੰਗ, ਫਲੈਗ ਜਾਂ ਹਾਈਲਾਈਟ ਕੀਤਾ ਮਿਲ ਗਿਆ ਤਾਂ ਤੁਹਾਨੂੰ ਇਮੀਡੀਏਟਲੀ ਡਿਸਕੁਆਲੀਫਾਈ ਕਰ ਦਿੱਤਾ ਜਾਏਗਾ। ਤੇ ਇੱਕ ਬਹੁਤ ਵੱਡਾ ਰੂਲ ਹੈ, ਅਗਰ ਕੋਈ ਡਿਸਕੁਆਲੀਫਾਈ ਐਗਜ਼ਾਮ ਦੇ ਵਿੱਚੋਂ ਹੋ ਜਾਂਦਾ ਹੈ ਇਨ ਕੇਸਿਸ ਕਿ ਜਦੋਂ ਕੋਈ ਰੂਲ ਬ੍ਰੇਕ ਕਰਦਾ ਹੈ ਤਾਂ ਉਹਨੂੰ ਅਗਲੇ 2 ਸਾਲ ਐਗਜ਼ਾਮ ਦੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਇਟਸ ਵੈਰੀ ਇੰਪੋਰਟੈਂਟ। ਇਸ ਕਰਕੇ ਆਪਾਂ ਉੱਥੇ ਇਹੋ ਜਿਹਾ ਕੁਝ ਨਹੀਂ ਕਰਨਾ ਜਿਹਦੇ ਨਾਲ ਆਪਾਂ ਡਿਸਕੁਆਲੀਫਾਈ ਹੋ ਜਾਈਏ। ਰੂਲ ਐਗਜ਼ੈਕਟਲੀ ਜੇ ਕੋਈ ਰਿਵਾਈਜ਼ ਹੋਇਆ ਤਾਂ ਮੈਨੂੰ ਪਤਾ ਨਹੀਂ, ਬਟ ਪੁਰਾਣਾ ਰੂਲ ਸੇਜ਼ ਦੈਟ ਕਿ ਤੁਸੀਂ 2 ਸਾਲ ਲਈ ਡਿਸਕੁਆਲੀਫਾਈ ਹੋ ਜਾਂਦੇ ਹੋ ਆਲ ਟੂਗੇਦਰ। ਚੇਂਜ ਤਾਂ ਨਹੀਂ ਹੋਇਆ ਡਾਕਟਰ ਸਾਹਿਬ, ਕੋਈ ਨਵੀਂ ਗਾਈਡਲਾਈਨ ਤਾਂ ਨਹੀਂ ਆਈ? ਆਹੀ ਹੈ ਨਾ, ਹਾਂ ਠੀਕ ਹੈ। ਇਸ ਕਰਕੇ ਡਾਕਟਰ ਸਾਹਿਬ ਆਪਾਂ ਉੱਥੇ ਕੁਛ ਨਹੀਂ ਕਰਨਾ ਇਹ ਜਿਹਾ ਕਿ ਜਿਹੜਾ ਡਿਸਕੁਆਲੀਫਾਈ ਹੋ ਜਾਈਏ। ਅਗਰ ਆਪਾਂ ਨੂੰ ਲੱਗਦਾ ਕਿ ਪੇਪਰ ਬਹੁਤ ਔਖਾ ਆ ਗਿਆ, ਆਪਣੇ ਵੱਸੋਂ ਬਾਹਰ ਹੈ, ਤਾਂ ਸਮਾਰਟ ਵੇ ਇਹੀ ਹੈ ਕਿ ਆਪਾਂ ਉਹਨੂੰ ਛੱਡ ਕੇ ਆ ਜਾਈਏ। ਐਟਲੀਸਟ ਆਪਾਂ 6 ਮਹੀਨੇ ਬਾਅਦ, ਸਾਲ ਬਾਅਦ ਜਦੋਂ ਦੁਬਾਰਾ ਹੋਵੇਗਾ ਦੇ ਤਾਂ ਦੇਵਾਂਗੇ, ਐਲੀਜੀਬਲ ਤਾਂ ਹੋਵਾਂਗੇ ਨਾ। ਅਗਰ ਆਪਾਂ ਡਿਸਕੁਆਲੀਫਾਈ ਹੋ ਗਏ ਤਾਂ ਆਪਾਂ ਨੂੰ 2 ਸਾਲ ਲਈ ਪੇਪਰ ਨਹੀਂ ਦਿੱਤਾ ਜਾਣਾ। ਤੇ ਇਹਦੇ ਵਿੱਚ ਇੱਕ ਇੰਪੋਰਟੈਂਟ ਚੀਜ਼ ਹੋਰ ਹੈ ਜਿਹੜੀ ਧਿਆਨ ਦੇਣ ਵਾਲੀ ਹੈ। ਅਗਰ ਆਪਾਂ ਡਿਸਕੁਆਲੀਫਾਈ ਹੋ ਗਏ, 2 ਸਾਲ ਪੇਪਰ ਨਹੀਂ ਦੇ ਪਾਏ, ਆਪਣਾ ਟਾਈਮ ਤੇ ਪ੍ਰੋਬੇਸ਼ਨ ਕਲੀਅਰ ਨਹੀਂ ਹੋਇਆ, ਤਾਂ 2 ਚੀਜ਼ਾਂ ਹੋ ਸਕਦੀਆਂ। ਸ਼ਾਰਟੈਸਟ ਤਾਂ ਇਹੀ ਹੈ ਕਿ ਤੁਹਾਡੀ ਸਰਵਿਸ ਗੈਪ ਪਰ ਰਹੇਗਾ, ਤੁਹਾਡੀ ਸਰਵਿਸ ਡਿਲੇ ਹੋ ਜਾਏਗੀ। ਸੈਕਿੰਡ ਚੀਜ਼ ਹੈ, ਅਗਰ ਆਪਾਂ ਸਟਿਪੂਲੇਟਿਡ ਚਾਂਸਸ ਦੇ ਵਿੱਚ ਪੇਪਰ ਕਲੀਅਰ ਨਹੀਂ ਕਰਦੇ ਤਾਂ ਬਹੁਤ ਇੱਕ ਖਤਰਨਾਕ ਰੂਲ ਹੈ ਕਿ ਤੁਹਾਨੂੰ ਟਰਮੀਨੇਟ ਕੀਤਾ ਜਾ ਸਕਦਾ ਹੈ। ਇਸ ਕਰਕੇ ਜਿਹੜੇ ਡਿਪਾਰਟਮੈਂਟ ਵੱਲੋਂ 3 ਚਾਂਸਸ ਦਿੱਤੇ ਜਾ ਰਹੇ ਆ, ਆਪਾਂ ਨੂੰ ਉਹਦੇ ਵਿੱਚ ਪੇਪਰ ਹਰ ਹਾਲ ਦੇ ਵਿੱਚ ਕਲੀਅਰ ਕਰਨਾ ਹੀ ਕਰਨਾ ਹੈ। ਇਸ ਕਰਕੇ ਆਪਾਂ ਚਾਂਸਸ ਵੇਸਟ ਨਹੀਂ ਕਰਨੇ ਆ। ਤਾਂ ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਆਪਣੀ ਪੂਰੀ ਤਿਆਰੀ ਕਰਕੇ ਜਾਣ। ਬੜੀ ਖੁਸ਼ੀ ਹੋਏਗੀ ਕਿ ਜਦੋਂ ਆਪਾਂ 100% ਆਪਣਾ ਸਕਸੈਸ ਰੇਟ ਹੋਇਆ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੋਏਗੀ। ਸਾਡੇ ਟਾਈਮ 'ਤੇ ਤਾਂ ਸਾਨੂੰ ਕੋਈ ਦੱਸਣ ਵਾਲਾ ਨਹੀਂ ਸੀਗਾ, ਸਾਨੂੰ ਕੋਈ ਪੜ੍ਹਾਉਣ ਵਾਲਾ ਨਹੀਂ ਸੀ, ਸਾਨੂੰ ਕੋਈ ਇਹ ਨਹੀਂ ਦੱਸਣ ਵਾਲਾ ਸੀ ਆਹ ਬੁੱਕ ਲੈ ਲਈਏ। ਪਰ ਹੁਣ ਦੇਖੋ ਡਾਕਟਰ ਗੁਰਵਿੰਦਰ ਜਿਵੇਂ ਸਾਡੇ ਕੋਲ ਬਹੁਤ ਵਧੀਆ ਡਾਕਟਰਸ ਨੇ, ਇਹ ਆਪਣਾ ਪੂਰਾ ਟਾਈਮ ਡੈਡੀਕੇਟ ਕਰਕੇ ਆਪਾਂ ਨੂੰ ਕਾਫੀ ਜ਼ਿਆਦਾ ਜਾਣਕਾਰੀ ਦੇਣਗੇ। ਤੇ ਇਸ ਦੇ ਨਾਲ ਹੀ ਡਾਕਟਰ ਸਾਹਿਬ ਮੈਂ ਜ਼ਿਆਦਾ ਟਾਈਮ ਨਹੀਂ ਲਊਂਗਾ। ਜੋ ਵੀ ਆਪਣੇ ਜ਼ੂਮ ਦੇ ਲਿੰਕ ਹੋਣਗੇ ਜਾਂ ਆਪਾਂ ਜੋ YouTube ਵੀਡੀਓਜ਼ ਬਣਾ ਰਹੇ ਹਾਂ ਜਾਂ ਆਪਣੇ ਕੋਈ ਡਾਊਟ ਸੈਸ਼ਨ ਹੋਣਗੇ ਤਾਂ ਉਹਦਾ ਲਿੰਕ ਮੈਂ ਗਰੁੱਪ ਦੇ ਵਿੱਚ ਪਾਉਂਦਾ ਰਹੂੰਗਾ।
ਹਾਂ, ਅਗਰ ਤੁਹਾਨੂੰ ਵੀਡੀਓ ਦੇਖਣ ਤੋਂ ਬਾਅਦ ਕੋਈ ਟਾਈਮ ਦਾ ਸੁਜੈਸ਼ਨ ਹੈ ਕਿ ਜ਼ੂਮ ਸੈਸ਼ਨ ਹੈ ਜਿਹੜਾ ਆਪਾਂ ਕਿਸ ਟਾਈਮ ਤੇ ਰੱਖਣਾ ਹੈ, ਤਾਂ ਉਹ ਤੁਸੀਂ ਮੈਨੂੰ ਗਰੁੱਪ ਵਿੱਚ ਦੱਸ ਦਿਓ ਵੀ ਕਿਹੜਾ ਟਾਈਮ ਬੈਸਟ ਰਹੇਗਾ। ਵੈਸੇ ਅਸੀਂ ਸੋਚ ਰਹੇ ਹਾਂ ਕਿ ਵੀਕਐਂਡ ਤੇ ਰੱਖ ਲਈਏ, ਸਾਰੇ ਫ੍ਰੀ ਹੁੰਦੇ ਕਿਉਂਕਿ ਡਿਊਟੀ ਤੇ ਨਹੀਂ ਹੁੰਦੇ ਆ, ਤੇ ਆਪਾਂ ਟਾਈਮ ਕੋਈ ਆਹੀ 11 ਕੁ ਵਜੇ ਤੱਕ ਰੱਖ ਲੈਂਦੇ ਹਾਂ। ਬੰਦਾ ਸੁਬਾਹ ਬ੍ਰੇਕਫਾਸਟ ਕਰਕੇ ਫ੍ਰੀ ਹੋ ਜਾਂਦਾ 11 ਵਜੇ ਤੱਕ, ਰਾਈਟ ਹੈ ਨਾ। ਬਾਕੀ ਚਲੋ ਜਿਵੇਂ ਤੁਸੀਂ ਸੁਜੈਸਟ ਕਰੋਗੇ, ਅਸੀਂ ਸੀਨੀਅਰਸ ਤੁਹਾਡੇ ਵੱਡੇ ਭਰਾ ਤੁਹਾਡੇ ਨਾਲ ਹੀ ਹੈ ਹਰ ਪਲ, ਹਰ ਜਗ੍ਹਾ, ਹਰ ਮੋੜ ਤੇ। ਤਾਂ ਸਾਰੇ ਛੋਟੇ ਵੀਰਾਂ ਨੂੰ ਤੇ ਸਾਰੀਆਂ ਛੋਟੀਆਂ ਭੈਣਾਂ ਨੂੰ ਬੈਸਟ ਆਫ ਲੱਕ। ਅਸੀਂ ਤੁਹਾਡੇ ਵੱਡੇ ਵੀਰ ਹਮੇਸ਼ਾ ਤੁਹਾਡੇ ਨਾਲ ਹੈ, ਤੇ ਜੋ ਵੀ ਜ਼ਰੂਰਤ ਪਏਗੀ, ਮੇਰਾ ਨੰਬਰ ਆਈ ਗੈਸ ਸ਼ਾਇਦ ਸਾਰਿਆਂ ਕੋਲ ਹੀ ਹੈ, ਬਟ ਅਗਰ ਕਿਸੇ ਨੂੰ ਕਿਸੇ ਟਾਈਮ ਕਿਸੇ ਚੀਜ਼ ਦੀ ਲੋੜ ਹੋਵੇ, ਫੀਲ ਫ੍ਰੀ ਟੂ ਕਾਲ। ਥੈਂਕ ਯੂ।